ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਮਹਾਨ ਗੁਰਸਿੱਖ ਲੱਖੀ ਸ਼ਾਹ ਵਣਜਾਰਾ ਦੀ। ਲੱਖੀ ਸ਼ਾਹ ਵਣਜਾਰਾ ਜਿਹੇ ਮਹਾਨ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੜ ਦਾ ਸੰਸਕਾਰ ਕੀਤਾ ਸੀ। ਉਹਨਾਂ ਦੀ ਜੀਵਨੀ ਬਾਰੇ ਅੱਜ ਹੋਰ ਜਾਣਦੇ ਹਾਂ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ, ਜੋ ਕਿ ਮਹਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਨੇ ਤੇ ਇਤਿਹਾਸਕਾਰ ਨੇ ਤੇ ਫਿਲਾਸਫਰ ਵੀ ਨੇ। ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਅਸੀਂ ਗੱਲ ਕਰਨੀ ਹੈ ਮਹਾਨ ਗੁਰਸਿੱਖ ਲੱਖੀ ਸ਼ਾਹ ਵਣਜਾਰਾ ਦੀ, ਜਿਨ੍ਹਾਂ ਦੀ ਯਾਦ ਵਿੱਚ ਬਕਾਇਦਾ ਲੱਖੀ ਸ਼ਾਹ ਵਣਜਾਰਾ ਹਾਲ ਵੀ ਸੁਸ਼ੋਭਿਤ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਵਿੱਚ। ਲੱਖੀ ਸ਼ਾਹ ਵਣਜਾਰਾ ਦਾ ਇਤਿਹਾਸ ਕੀ ਹੈ, ਉਹਨਾਂ ਦਾ ਪਿਛੋਕੜ ਕੀ, ਸਭ ਤੋਂ ਪਹਿਲਾਂ ਇਹ ਜਾਣਨਾ ਹੈ। ਇੱਕ ਮੈਂ ਪਹਿਲਾਂ ਕਰੈਕਸ਼ਨ ਕਰਨੀ ਚਾਹਾਂਗਾ ਵੀ ਲੋਕਾਂ ਨੇ ਉਹਦਾ ਨਾਂ ਲੱਖੀ ਸ਼ਾਹ ਵਣਜਾਰਾ ਮਸ਼ਹੂਰ ਕਰ ਦਿੱਤਾ ਹੈ। ਉਹਨਾਂ ਦਾ ਅਸਲ ਨਾਂ ਲੱਖੀ ਰਾਏ ਸੀ। ਲੱਖੀ ਰਾਏ ਵਣਜਾਰਾ ਯਾਦਵ ਰਾਜਪੂਤ ਪਰਿਵਾਰ ਵਿੱਚੋਂ ਸਨ ਜੀ। ਇਹਨਾਂ ਦਾ ਜੋ ਜਨਮ ਹੈ ਉਹ ਮੁਲਤਾਨ ਜ਼ਿਲ੍ਹੇ ਖਾਨਪੁਰ ਸਾਦਾਤ ਪਿੰਡ ਦਾ ਹੈ। 1580 'ਚ ਇਹਨਾਂ ਦਾ ਜਨਮ ਹੋਇਆ ਤੇ 100 ਸਾਲ ਤੋਂ 2 ਮਹੀਨੇ ਘੱਟ ਉਮਰ ਭੋਗ ਕੇ ਇਹਨਾਂ ਨੇ ਚੜ੍ਹਾਈ ਕੀਤੀ ਹੈ 1680 ਵਿੱਚ। ਬਹੁਤ ਘੱਟ ਸਿੱਖ ਨੇ ਉਸ ਵੇਲੇ ਦੇ ਜਿਹੜੇ 70 ਤੋਂ ਵੱਧ ਟੱਪਰੇ ਸਨ ਤੇ 100 ਸਾਲ ਦੀ ਉਮਰ 'ਚ ਇਹਨਾਂ ਨੇ ਚੜ੍ਹਾਈ ਕੀਤੀ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਜਦੋਂ ਕੀਤਾ, ਚੁੱਕ ਕੇ ਲਿਆਏ ਨੇ, ਉਦੋਂ ਉਹਨਾਂ ਦੀ ਉਮਰ 95 ਸਾਲ ਸੀ। ਤੁਸੀਂ ਇਹ ਦੇਖੋ ਕਿ ਉਹਨਾਂ ਨੇ ਧੜ ਦਾ ਸੰਸਕਾਰ ਕਰਨ ਵਾਸਤੇ ਆਪਣੇ ਘਰ ਨੂੰ ਅਗਨ ਦਾ ਭੇਟ ਕਰ ਦਿੱਤਾ ਸੀ ਸਾਰੇ ਨੂੰ। ਰਕਾਬਗੰਜ ਗੁਰਦੁਆਰਾ ਜਿੱਥੇ ਹੈ ਇਹ ਉਹਨਾਂ ਦਾ ਘਰ ਸੀਗਾ, ਜਿੱਥੇ ਉਹਨਾਂ ਨੇ ਸੰਸਕਾਰ ਕੀਤਾ ਸੀਗਾ। ਬੜੀ ਕਮਾਲ ਦੀ ਗੱਲ ਹੈ, ਆਮ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ। ਕਨਾਟ ਪਲੇਸ, ਰਕਾਬਗੰਜ, ਪਾਰਲੀਮੈਂਟ, ਰਾਸ਼ਟਰਪਤੀ ਭਵਨ, ਇਸ ਦੇ ਆਲੇ ਦੁਆਲੇ ਦੀ ਸਾਰੀ ਜ਼ਮੀਨ ਦਾ ਮਾਲਕ ਲੱਖੀ ਰਾਏ ਵਣਜਾਰਾ ਸੀ। ਇਸ ਜ਼ਮੀਨ ਨੂੰ 1911 ਵਿੱਚ ਅੰਗਰੇਜ਼ਾਂ ਨੇ ਐਕਵਾਇਰ ਕਰਕੇ ਇੱਥੇ ਆਪਣੀ ਰਾਜਧਾਨੀ ਬਣਾਈ। ਰਕਾਬਗੰਜ ਦੇ ਆਲੇ ਦੁਆਲੇ ਵੀ ਕਾਫੀ ਜ਼ਮੀਨ ਸੀ। ਉਹਨਾਂ ਨੇ ਫਿਰ 1914 ਦੀ 14 ਜਨਵਰੀ ਨੂੰ ਇਹਦੀ ਕੰਧ ਵੀ ਢਾਹ ਦਿੱਤੀ ਸੀ ਗੁਰਦੁਆਰੇ ਦੀ, ਵੀ ਇਹ ਹੋਰ ਐਕਵਾਇਰ ਕਰ ਲਈ, ਜਿਹਦੇ ਵਾਸਤੇ ਐਜੀਟੇਸ਼ਨ ਚੱਲੀ। ਅਖੀਰ ਉਹਨਾਂ ਨੇ ਹਥਿਆਰ ਸੁੱਟ ਦਿੱਤੇ ਸਿੱਖ ਪੰਥ ਦੇ ਅੱਗੇ ਤੇ ਦਸੰਬਰ 1920 ਵਿੱਚ ਜਿਹੜੀ ਹੈ ਇਹ ਦੀਵਾਰ ਜਿਹੜੀ ਰਕਾਬਗੰਜ ਦੀ ਦੁਬਾਰਾ ਉਸਾਰ ਦਿੱਤੀ ਗਈ। ਆਮ ਤੌਰ ਤੇ ਲੱਖੀ ਰਾਏ ਵਣਜਾਰਾ ਨੂੰ ਕੁਝ ਜਿਹੜੇ ਜਾਣਦੇ ਨੇ, ਪਹਿਲਾਂ ਤਾਂ ਸਿਰਫ ਇਹ ਨਹੀਂ ਜਾਣਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧ ਹੋਣ ਕਰਕੇ, ਜਾਂ ਫਿਰ ਇਹ ਜਾਣਦੇ ਸੀ ਵੀ ਇਹ ਜ਼ਮੀਨ ਉਹਨਾਂ ਦੀ ਹੈ। ਇੰਨੀ ਨਹੀਂ, ਤੁਹਾਡੇ ਕੋਲ ਇੱਥੇ ਮਾਲਚਾ ਮਹਿਲ ਹੈ, ਮਾਲਚਾ ਜੰਗਲ ਹੈ, ਇਹ ਵੀ ਲੱਖੀ ਰਾਏ ਵਣਜਾਰਾ ਦਾ ਸੀ। ਇਹਦੇ ਅੰਦਰ ਇੱਕ ਕਿਲ੍ਹਾ ਤੇ ਮਹਿਲ ਅਜੇ ਤੱਕ ਮੌਜੂਦ ਹੈ, ਇਹ ਲੱਖੀ ਰਾਏ ਵਣਜਾਰਾ ਦਾ ਸੀਗਾ। ਔਰ ਤੁਸੀਂ ਦੇਖੋ ਵੀ ਤੁਸੀਂ ਲੋਹਗੜ੍ਹ ਕਿਲ੍ਹਾ ਨਾਮ ਸੁਣਿਆ ਹੈ ਬੰਦਾ ਸਿੰਘ ਬਹਾਦਰ ਦਾ। ਇਤਿਹਾਸਕਾਰਾਂ ਨੇ ਝੂਠ ਬੋਲ ਕੇ ਇਹ ਕਹਿਤਾ ਵੀ ਇਹ ਮੁਖਲਸਗੜ੍ਹ ਕਿਲ੍ਹਾ ਸੀਗਾ ਤੇ ਉਹਨੇ ਕਬਜ਼ਾ ਕਰਕੇ ਤੇ ਉਹਦਾ ਨਾਂ ਲੋਹਗੜ੍ਹ ਰੱਖ ਦਿੱਤਾ। ਹੁਣ ਇਹ ਮੁਖਲਸਗੜ੍ਹ ਨਾਂ ਦਾ ਕੋਈ ਕਿਲ੍ਹਾ ਨਹੀਂ ਸੀਗਾ। ਮੁਖਲਸਗੜ੍ਹ ਇੱਕ ਜਿਹੜੀ ਜਿੱਦਾਂ ਰੰਗ ਮਹਿਲ ਆਪਾਂ ਕਹਿੰਦੇ ਹਾਂ, ਜਿੱਥੇ ਬਾਦਸ਼ਾਹ ਸੈਰਾਂ ਕਰਨ ਆਉਂਦੇ ਆ, ਗਰਮੀਆਂ ਕੱਟਣ ਆਉਂਦੇ ਆ। ਯਮੁਨਾ ਦਰਿਆ ਦੇ ਦੂਜੇ ਕੰਢੇ ਉੱਥੋਂ ਤਕਰੀਬਨ 20-25 ਮੀਲ ਦੂਰ ਜਿਹੜਾ ਉਹ ਇੱਕ ਥਾਂ ਦਾ ਨਾਂ ਹੈ, ਉਹ ਅੱਜ ਵੀ ਮੌਜੂਦ ਹੈ। ਔਰ ਉਸ ਥਾਂ ਦੇ ਅੰਦਰ ਬਾਦਸ਼ਾਹ ਜਾ ਕੇ ਠਹਿਰਿਆ ਕਰਦੇ ਸੀ, ਜੰਗਲ ਸੀ, ਆਲੇ ਦੁਆਲੇ ਸ਼ਿਕਾਰ ਕਰਦੇ ਸੀਗੇ। ਲੋਹਗੜ੍ਹ ਕਿਲ੍ਹਾ ਜਿਹੜਾ ਇਹ ਲੱਖੀ ਰਾਏ ਵਣਜਾਰਾ ਦੀ ਕੰਟਰੀਬਿਊਸ਼ਨ ਸੀ, ਜਿਹਦੇ ਉੱਤੇ ਕਿਸੇ ਕਬਜ਼ਾ ਨਹੀਂ ਕੀਤਾ, ਕਿਉਂਕਿ ਸਿੱਖਾਂ ਦਾ ਕਿਲ੍ਹਾ ਸੀ ਤੇ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਲੋਹਗੜ੍ਹ ਕਿਲ੍ਹਾ ਜਿਹੜਾ ਹੈ ਉਹ ਬਹੁਤ ਸਾਰੇ ਪਹਾੜੀ ਖੇਤਰ ਵਿੱਚ ਫੈਲਿਆ, 50-60-100 ਪਹਾੜੀਆਂ ਜਿੰਨੀਆਂ ਗਿਣੀਆਂ ਜਾਏ, ਕਿਉਂਕਿ ਮੋਰਚੇ ਉੱਥੋਂ ਲੱਭ ਰਹੇ ਨੇ, ਦੀਵਾਰਾਂ ਲੱਭ ਰਹੀਆਂ ਨੇ, ਤੇ ਮਤਲਬ ਪਤਾ ਨਹੀਂ ਕਿੰਨੇ ਇਲਾਕੇ, 7-8 ਹਜ਼ਾਰ ਜਿਹੜਾ ਉਹ ਕਿਲੋਮੀਟਰ ਦਾ ਇਹਦੇ 'ਚ ਦਾਇਰਾ ਬਣ ਜਾਂਦਾ, 1 ਏਕੜ ਦਾ ਦਾਇਰਾ ਬਣ ਜਾਂਦਾ ਹੈ, ਜਿਹਦੇ ਸੀ ਦੁਨੀਆ ਦਾ ਸਭ ਤੋਂ ਵੱਡਾ ਕਿਲ੍ਹਾ ਸੀ। ਇਸ ਦਾ ਮਾਲਕ ਵੀ ਜਿਹੜਾ ਹੈ ਉਹ ਉਸਦੇ ਥੱਲੇ ਜਿਹੜੀ ਜ਼ਮੀਨ ਹੈ ਤਕਰੀਬਨ 100 ਪਿੰਡ ਹੈ ਜਿਹੜਾ ਲੱਖੀ ਰਾਏ ਵਣਜਾਰਾ ਦਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਲੱਖੀ ਰਾਏ ਵਣਜਾਰੇ ਦਾ ਇਸ ਕਿਲ੍ਹੇ ਨਾਲ ਸੰਬੰਧ ਸੀ ਜਾਂ ਹੋਰ ਨਾਲ ਸੀ। ਤੇ ਉਹ ਅੱਜ ਵੀ ਤੁਸੀਂ ਜਾਓ ਤੇ ਕਮ ਸੇ ਕਮ 50 ਖੂਹ ਜਿਹੜੇ ਨੇ, ਲੋਕਾਂ ਨੂੰ ਪੁੱਛੋ ਵੀ ਇਹ ਖੂਹ ਕਿਹਦਾ ਹੈ ਤੇ ਉਹ ਕਹਿਣਗੇ ਲੱਖੀ ਰਾਏ ਵਣਜਾਰਾ, ਲੱਖੀ ਰਾਏ ਦਾ, ਖਾਲੀ ਲੱਖੀ ਦਾ ਵੀ ਕਹਿ ਦੇਣਗੇ। ਤੇ ਇੰਨੀ ਜ਼ਮੀਨ ਦਾ ਮਾਲਕ ਸੀ। ਤੇ ਇਹਦਾ ਮਤਲਬ ਇਹ ਹੈ ਸਾਫ਼ ਕਿ ਕਾਲਾ ਅੰਬ ਪਿੰਡ ਨਗਰ ਤੋਂ ਲੈ ਕੇ ਰਾਏਪੁਰ ਰਾਣੀ ਤੋਂ ਲੈ ਕੇ ਤੇ ਯਮੁਨਾ ਦਰਿਆ ਤੱਕ ਸਾਰੀ ਜ਼ਮੀਨ ਜਿਹੜੀ ਹੈ ਉਹ ਲੱਖੀ ਰਾਏ ਵਣਜਾਰਾ ਦੀ ਸੀ। ਅੰਬਾਲੇ ਜ਼ਿਲ੍ਹੇ 'ਚ ਬਹੁਤ ਸਾਰੀ ਜ਼ਮੀਨ ਹੈ ਜਿਹਦੇ 'ਚ ਤੁਹਾਨੂੰ ਲੱਖੀ ਰਾਏ ਵਣਜਾਰਾ ਦੇ ਖੂਹ ਲੱਭਣਗੇ। ਇੱਕ ਰਾਜਪੁਰੇ ਦੇ ਕੋਲ ਸਰਾਂ ਹੈ, ਸਰਾਏ ਵਣਜਾਰਾ, ਇਹ ਲੱਖੀ ਰਾਏ ਵਣਜਾਰਾ ਦੀ ਸੀਗੀ। ਜੇ ਤੁਸੀਂ ਚਲ ਜਾਓ ਯਮੁਨਾ ਪਾਰ ਕਰਕੇ ਤੇ ਤੁਹਾਨੂੰ ਉੱਤਰਾਖੰਡ ਵਿੱਚ ਵੀ ਬਹੁਤ ਸਾਰੇ ਥਾਵਾਂ 'ਤੇ ਲੱਖੀ ਰਾਏ ਵਣਜਾਰਾ ਦੇ ਖੂਹ ਜਾਂ ਉਹਦੀਆਂ ਯਾਦਗਾਰਾਂ
ਜਾਂ ਬਾਗ ਜਿਹੜੇ ਨੇ ਜਾਂ ਉਹਨਾਂ ਦੇ ਮਹਿਲ ਜਾਂ ਛੋਟੇ ਕਿਲੇ ਜਿਹੜੇ ਆ ਜੀ। ਉਹ ਲੱਭ ਪੈਣਗੇ। ਐਡਾ ਅਮੀਰ ਬੰਦਾ ਸੀਗਾ ਲੱਖੀ ਰਾਏ। ਮਤਲਬ ਬਹੁਤ ਸਾਰੀ ਯਾਦਗਾਰਾਂ ਨੇ ਜੋ ਉਹਨਾਂ ਦੇ ਨਾਂ ਤੇ ਰੱਖੀਆਂ ਗਈਆਂ। ਹਾਂ, ਔਰ ਕਈ ਥਾਵਾਂ ਤੇ ਤਾਂ ਨਾਂ ਹੀ ਲੱਖੀ ਰਾਏ ਵਣਜਾਰਾ, ਪਿੰਡਾਂ ਦੇ ਨਾਂ ਹੀ ਚੱਲਦੇ ਆ। ਜੀ। ਵਣਜਾਰਾ ਲਫ਼ਜ਼ ਵੀ ਤੁਸੀਂ ਅਕਸਰ ਸੁਣਦੇ ਹੋਗੇ ਵੀ ਵਣਜਾਰਾ ਇਹ ਕੀ ਹੋਇਆ। ਅੱਜ ਕੱਲ੍ਹ ਅਸੀਂ ਵਣਜਾਰੇ ਵੀ ਸੁਣਦੇ ਆ, ਇਹ ਲੱਖੀ ਰਾਏ ਵਣਜਾਰਾ ਤੇ ਵਣਜਾਰਿਆਂ ਦਾ ਕੀ ਸੰਬੰਧ ਹੋਇਆ। ਜੀ। ਹੁਣ ਸਾਨੂੰ ਇਹ ਲੱਗਦਾ ਹੈ ਵਣਜਾਰੇ ਵਿਚਾਰੇ ਗਰੀਬ ਜਿਹੇ ਲੋਕ ਨੇ, ਜ਼ਰੂਰਤ ਹੈ ਉਹਨਾਂ ਨੂੰ ਪੈਸੇ ਦੀ, ਉਹਨਾਂ ਨੂੰ ਫੰਡ ਦੀ ਜ਼ਰੂਰਤ ਹੈ, ਐਜੂਕੇਸ਼ਨ ਦੀ ਜ਼ਰੂਰਤ ਹੈ, ਅਨਪੜ੍ਹਤਾ ਬਹੁਤ ਹੈ। ਸਿੱਖਲੀ ਗੱਲ ਤੇ ਵਣਜਾਰੇ ਇਹਨਾਂ ਦੇ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ ਵੀ ਇਹਨਾਂ ਦਾ ਖਿਆਲ ਸਾਨੂੰ ਕਰਨਾ ਚਾਹੀਦਾ ਹੈ। ਦੂਜੇ ਮੁਲਕਾਂ 'ਚ ਜਾ ਕੇ ਜਿਹੜਾ ਅਸੀਂ ਫੰਡ ਦਿੰਦੇ ਹਾਂ ਔਰ ਪ੍ਰੋਜੈਕਟਾਂ ਤੇ ਖਰਚ ਕਰਨੇ ਆ, ਯਾਦਗਾਰਾਂ ਉਸਾਰਦੇ ਹਾਂ, ਉਹਦੀ ਥਾਂ ਅਸੀਂ ਜਿਹੜੇ ਕਰੋਨਾ ਸਾਡੇ ਸਿੱਖਲੀ ਗੱਲ ਤੇ ਵਣਜਾਰੇ ਨੇ ਉਹ ਰੁਲ ਰਹੇ ਨੇ। ਇਹ ਵਣਜਾਰੇ ਦੇ ਨਾਲ ਲੱਖੀ ਰਾਏ ਦਾ ਨਾਂ ਕਿਵੇਂ ਜੁੜ ਗਿਆ? ਕਿ ਉਹ ਵੀ ਗਰੀਬ ਸੀ ਪਹਿਲਾਂ, ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਵੱਡਾ ਅਮੀਰ ਬੰਦਾ ਸੀ। ਮੈਂ ਤੁਹਾਨੂੰ ਇੱਕ ਇਹਦੇ 'ਚੋਂ ਜਾਣਕਾਰੀ ਦੇਣਾ ਚਾਹਾਂਗਾ ਜੀ ਕਿ ਲੱਖੀ ਰਾਏ ਵਣਜਾਰਾ ਦੇ ਕੋਲ ਇਸ ਜ਼ਮੀਨ ਤੋਂ ਇਲਾਵਾ 3 ਲੱਖ ਤੋਂ ਉੱਪਰ ਘੋੜੇ, ਊਠ, ਹਾਥੀ, ਖੱਚਰ ਵਗੈਰਾ ਵਗੈਰਾ ਇਹ ਜਿਹੜਾ ਸਮਾਨ ਸੀ ਢੋਣ ਦਾ ਸੀ। ਕਿਉਂਕਿ ਯਾਰਕੰਦ ਜਿਹੜਾ ਹੈ ਸੈਂਟਰਲ ਏਸ਼ੀਆ ਵਿੱਚ ਹੈ, ਜਾ ਕੇ ਰਸ਼ੀਆ ਦੇ ਨਾਲ ਉਹਦੀਆਂ ਹੱਦਾਂ ਲੱਗਦੀਆਂ ਨੇ, ਤੇ ਸ਼੍ਰੀਲੰਕਾ, ਇੱਥੋਂ ਤੱਕ ਉਸ ਦਾ ਵਪਾਰ ਚੱਲਦਾ ਸੀਗਾ। ਤੁਸੀਂ ਅੰਦਾਜ਼ਾ ਲਓ ਵੀ 3 ਲੱਖ ਘੋੜਾ ਊਠ ਚੱਲ ਰਿਹਾ ਤੇ ਕਿੰਨਾ ਲੰਬਾ ਕਾਫਲਾ ਹੋਵੇਗਾ, ਤੇ ਉਹਦੇ ਨਾਲ ਕੰਮ ਕਰਨ ਵਾਲੇ ਬੰਦੇ ਉਨੇ ਹੀ ਹੋਣਗੇ। ਜੇ ਇੱਕ ਘੋੜਾ ਇੱਕ ਬੰਦਾ ਤਾਂ ਨਾਲ ਹੋਵੇਗਾ ਹੀ ਨਾ। ਸੋ ਇਹਦਾ ਮਤਲਬ 3 ਲੱਖ ਤੋਂ ਉੱਪਰ ਉਹਦੇ ਮੁਲਾਜ਼ਮ ਸਨ, ਔਰ ਉਹਨਾਂ ਸਾਰਿਆਂ ਨੂੰ ਉਹ ਲੱਖੀ ਰਾਏ ਵਣਜਾਰਾ ਕਰਕੇ ਵਣਜਾਰੇ ਕਹਿੰਦੇ ਸੀ। ਤੇ ਲੱਖੀ, ਤੁਸੀਂ ਦੱਸਿਆ ਕਿ ਲੱਖੀ ਸ਼ਾਹ ਵਣਜਾਰਾ ਦਾ ਪਹਿਲਾ ਨਾਮ ਲੱਖੀ ਰਾਏ ਸੀ ਹਾਂਜੀ। ਤੇ ਰਾਜਪੂਤ ਘਰਾਣੇ ਨਾਲ ਸੰਬੰਧ ਸੀ। ਲੱਖੀ ਰਾਏ ਗੁਰੂ ਦੀ ਸ਼ਰਨ ਵਿੱਚ ਕਦੋਂ ਆਏ? ਗੁਰੂ ਦੀ ਲੜ ਕਦੋਂ ਲੱਗੀ? ਬਹੁਤ ਪਿਆਰਾ ਸਵਾਲ ਤੁਸੀਂ ਕੀਤਾ ਹੈ। ਆਮ ਤੌਰ ਤੇ ਲੋਕੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਜੋੜ ਦਿੰਦੇ ਆ ਵੀ ਲੋਕਾਂ ਨੇ ਕਿਹਾ। ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀ ਉਦਾਸੀ ਕੀਤੀ, ਪਹਿਲੀ ਉਦਾਸੀ ਕਰਦੇ ਕਰਦੇ ਉਹ ਉੱਤਰਾਖੰਡ ਦੇ ਇਲਾਕੇ ਵਿੱਚ ਜਦੋਂ ਆਏ ਨੇ, ਤੇ ਇੱਕ ਇੱਥੇ ਪਿੰਡ ਹੈ ਟਾਂਡਾ। ਗੁਰੂ ਨਾਨਕ ਸਾਹਿਬ ਦਾ ਟਾਂਡਾ ਵੀ ਕਹਿੰਦੇ ਉਸ ਨੂੰ। ਲੱਖੀ ਰਾਏ ਵਣਜਾਰਾ ਦਾ ਟਾਂਡਾ ਉਹਨਾਂ ਦਿਨਾਂ 'ਚ ਉੱਥੇ ਰੁਕਿਆ ਸੀ। ਟਾਂਡਾ ਲਫ਼ਜ਼ ਜਿਹੜਾ ਹੈ ਇਹਦਾ ਮਤਲਬ ਹੁੰਦਾ ਵੀ ਵਪਾਰਕ ਕਾਫਲਾ। ਟਾਂਡਾ ਮੀਨਸ ਕਾਫਲਾ, ਵਪਾਰਕ ਕਾਫਲਾ। ਤੇ ਜਿੱਥੇ ਇਹਨਾਂ ਨੇ ਸਮਾਨ ਵੇਚਣਾ ਹੁੰਦਾ ਸੀਗਾ ਉੱਥੇ ਰੁਕ ਜਾਂਦੇ ਸਨ, ਜਾਂ ਜਿੱਥੇ ਥੱਕ ਜਾਂਦੇ ਸਨ। ਇਹਨਾਂ ਦਾ ਹੁੰਦਾ ਸੀ ਵੀ ਜ਼ਿਆਦਾ ਤੋਂ ਜ਼ਿਆਦਾ ਇੱਕ ਦਿਨ 'ਚ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ, ਕਿਉਂਕਿ ਘੋੜੇ ਊਠ ਸਾਰੇ ਜਿਹੜੇ ਉਹ ਵੀ ਥੱਕ ਜਾਂਦੇ ਆ, ਸਮਾਨ ਨਾਲ ਲੱਦੇ ਹੋਏ ਆ ਸਾਰੇ ਦੇ ਸਾਰੇ। ਗੱਡੇ ਤਾਂ ਚਲੋ ਗੱਡੇ ਨੇ ਨਹੀਂ ਥੱਕਣਾ, ਗੱਡੇ ਨੂੰ ਖਿੱਚਣ ਵਾਲੇ ਨੇ ਥੱਕਣਾ ਹੀ ਨਾ। ਤੋ ਇਹਨਾਂ ਕੋਲ ਸਮਾਨ ਜਿੱਥੇ ਰੁਕ ਜਾਂਦੇ ਸਨ ਉਹ ਕਾਫਲਾ, ਉਸ ਥਾਂ ਨੂੰ ਟਾਂਡਾ ਕਹਿੰਦੇ ਸਨ। ਕਈ ਥਾਵਾਂ ਤਾਂ ਐਸੀਆਂ ਸੀਗੀਆਂ ਵੀ ਰੁਕਦੇ ਸਨ ਤੇ ਚੱਲ ਪੈਂਦੇ ਸਨ, ਬਹੁਤੀ ਦੇਰ ਨਹੀਂ ਰੁਕਦੇ ਸਨ, ਟਾਂਡਾ ਰੁਕਦਾ ਸੀਗਾ। ਉਹਨਾਂ ਦੇ ਨਾਂ ਨਹੀਂ ਪਿਆ ਟਾਂਡਾ, ਪਰ ਜਿੱਥੇ ਜ਼ਿਆਦਾ ਦੇ ਰੁਕਿਆ ਕਰਦੇ ਸਨ ਉਸ ਥਾਂ ਦਾ ਹੀ ਨਾਂ ਟਾਂਡਾ ਪੈ ਗਿਆ। ਤੁਸੀਂ ਜਲੰਧਰ ਵਿੱਚ ਦੇਖੋ, ਇੱਕ ਟਾਂਡਾ ਸ਼ਹਿਰ ਹੈਗਾ, ਇਹ ਵੀ ਇਸੇ ਤਰ੍ਹਾਂ ਦਾ ਟਾਂਡਾ ਹੈ। ਪਾਕਿਸਤਾਨ ਦੇ ਵਿੱਚ ਵੀ ਜਿਹੜਾ ਇਹ ਸਾਰੇ ਹਿੱਸਾ ਕਈ ਥਾਵਾਂ 'ਤੇ ਉੱਥੇ ਨਗਰਾਂ ਦਾ ਪਿੰਡਾਂ ਦਾ ਟਾਂਡਾ ਹੈ। ਤੋ ਜਿਹੜਾ ਇਹ ਰਾਮਪੁਰ ਜ਼ਿਲ੍ਹਾ ਬਰੇਲੀ ਦੇ ਕੋਲ ਹੈਗਾ, ਰਾਮਪੁਰ ਜ਼ਿਲ੍ਹੇ ਜਿਹੜਾ ਟਾਂਡਾ ਹੈ, ਇੱਥੇ ਗੁਰੂ ਨਾਨਕ ਲੱਖੀ ਰਾਏ ਵਣਜਾਰਾ ਦਾ ਟਾਂਡਾ ਰੁਕਿਆ ਸੀ। ਉਦੋਂ ਸਿੱਖੀ ਦੀ ਗੱਲ ਕੋਈ ਨਹੀਂ ਸੀ। ਤਾਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜਿਹੜੇ ਮਹਾਨ ਰਬਾਬੀ ਸਨ, ਇਹ 2 ਮਹਾਨ ਸ਼ਖਸੀਅਤਾਂ ਇੱਥੋਂ ਲੰਘੀਆਂ ਨੇ। ਤੇ ਉਸ ਦੇ ਇਹਨਾਂ ਦੇ ਘਰ ਕਿਸੇ ਦੇ ਘਰ ਬੱਚਾ ਜੰਮਿਆ ਸੀ, ਮੁੰਡਾ ਜੰਮਿਆ ਸੀਗਾ, ਖੁਸ਼ੀ ਮਨਾ ਰਹੇ ਸਨ। ਤੇ ਇਹ ਜਦੋਂ ਲੰਘੇ ਆ, ਪੀਰ ਫਕੀਰੇ ਵੀ ਜਾ ਕੇ ਆਰਾਮ ਨਾਲ ਬੈਠੇ, ਭਰਾ ਕਿਸੇ ਨੇ ਇਹਨਾਂ ਨੂੰ ਪੁੱਛਿਆ ਨਾ। ਹਾਲਾਂਕਿ ਇਹਨੇ ਅਮੀਰ ਬੰਦੇ ਨੇ, ਇਹਨਾਂ ਅਮੀਰਾਂ ਨੂੰ ਖੁਸ਼ੀ ਹੋਵੇ ਨਾ ਤੇ ਉਹ ਆਮ ਤੌਰ ਤੇ ਕੋਈ ਨਾ ਕੋਈ ਉਹਨਾਂ ਦੀ ਭੇਟਾ ਕਰ ਦਿੰਦੇ ਵੀ ਫਕੀਰ ਲੰਘੇ ਜਾ ਰਹੇ ਨੇ ਜਾਂ ਬੈਠੇ ਹੋਏ ਨੇ, ਕੀਰਤਨ ਕਰ ਰਹੇ ਸੀ, ਕਿਸੇ ਪਰਵਾਹ ਨਾ ਕੀਤੀ। ਤੋ ਗੁਰੂ ਨਾਨਕ ਸਾਹਿਬ ਦੀ ਆਦਤ ਸੀਗੀ ਵੀ ਕਦੇ ਕਿਸੇ ਪਰਵਾਹ ਨਾ ਕਰੇ ਤਾਂ ਉਸ 'ਤੇ ਨਾਰਾਜ਼ ਨਹੀਂ ਸਨ ਹੋਇਆ ਕਰਦੇ। ਤੁਰ ਪਿਆ ਅੱਗੋਂ, ਤੁਰ ਪਿਆ ਤੇ ਇਤਫਾਕ ਦੀ ਗੱਲ ਹੈ, ਕਿਉਂਕਿ ਕੋਈ ਵਰ ਸਰਾਪ ਨਹੀਂ, ਉਸ ਬੱਚੇ ਦੀ ਡੈਥ ਹੋ ਗਈ ਜਿਹਦੀ ਖੁਸ਼ੀ ਮਨਾ ਰਹੇ ਸਨ। ਉਹਨਾਂ ਦੇ ਦਿਮਾਗ 'ਚ ਆਇਆ ਕਿਤੇ ਅਸੀਂ ਪੀਰਾਂ ਫਕੀਰਾਂ ਨੂੰ ਪਰਵਾਹ ਨਹੀਂ ਕੀਤੀ ਤੇ ਕਿਤੇ ਉਹਨਾਂ ਸਰਾਪ ਹੀ ਨਾ ਦਿੱਤਾ ਹੋਵੇ। ਉਹਨਾਂ ਨੇ ਪਿੱਛੇ ਬੰਦਾ ਦੌੜਾਇਆ, ਜਾ ਕੇ ਮਾਫੀ ਮੰਗੀ। ਉਹਨੇ ਕਾਹਦੀ ਮਾਫੀ? ਤੁਸੀਂ ਅਸੀਂ ਤੁਹਾਨੂੰ ਪੁੱਛਿਆ ਤੱਕ ਨਹੀਂ। ਕਹਿੰਦੇ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ, ਤੁਸੀਂ ਹੁਣ ਆਇਓ, ਵੈਲਕਮ ਜੀ ਆਇਆਂ ਨੂੰ। ਉਹ ਗੁਰੂ ਨਾਨਕ ਸਾਹਿਬ ਨੂੰ ਲੈ ਗਏ। ਇਹ ਟਾਂਡਾ ਜਿਹੜਾ ਸੀ ਲੱਖੀ ਰਾਏ ਵਣਜਾਰੇ ਦਾ ਟਾਂਡਾ ਸੀ। ਲੱਖੀ ਰਾਏ ਵਣਜਾਰੇ ਦਾ ਬਾਪ ਗੋਧੂ ਸੀ, ਗੋਧੂ ਦਾ ਬਾਪ ਠਾਕਰ ਸੀ। ਤੇ ਇਹਨਾਂ ਦੋਨਾਂ ਵਿੱਚੋਂ ਕੋਈ ਇਹਦਾ ਬਾਪ ਜਾਂ ਇਹਦਾ ਦਾਦਾ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸਿੱਖੀ ਨਾਲ ਜੁੜੇ ਹੋਏ ਸਨ। ਤੋ ਇਹ ਭਾਈ ਲੱਖੀ ਰਾਏ ਵਣਜਾਰਾ ਨਹੀਂ ਗਾ ਜਿਹੜਾ ਪਹਿਲੀ ਵਾਰੀ ਸਿੱਖੀ 'ਚ ਸ਼ਾਮਲ ਹੋਇਆ। ਸਾਰੇ ਤੁਸੀਂ ਦੇਖੋ ਉਸਦੇ 3 ਵੱਡੇ ਟਾਂਡੇ ਹੋਇਆ ਕਰਦੇ ਸਨ। ਇਸ ਸਾਊਥ ਏਸ਼ੀਆ ਦੇ ਸਭ ਤੋਂ ਵੱਡੇ 3 ਵਪਾਰੀ ਸਨ। ਸਭ ਤੋਂ ਵੱਡਾ ਵਪਾਰੀ ਲੱਖੀ ਰਾਏ ਵਣਜਾਰਾ ਸੀਗਾ। ਦੂਜਾ ਵਪਾਰੀ ਜਿਹੜਾ ਸੀਗਾ ਬੱਲੂ ਤੇ ਉਹਦਾ ਪੁੱਤਰ ਮਾਈਦਾਸ, ਜਿਹਦਾ ਪੁੱਤਰ ਅੱਗੋਂ ਭਾਈ ਮਨੀ ਸਿੰਘ ਹੈ। ਇਹ ਬੜਾ ਵੱਡਾ ਟਾਂਡਾ ਸੀ ਇਹਨਾਂ ਦਾ ਵੀ। ਤੇ ਤੀਸਰਾ ਟਾਂਡਾ ਸੀਗਾ ਮੱਖਣ ਸ਼ਾਹ ਲੁਬਾਣੇ ਦਾ। ਲੁਬਾਣਾ ਜਿਹੜਾ ਲੂਣ ਦਾ ਵਪਾਰ ਕਰਦੇ, ਲਵਣ ਤੋਂ ਬਣਿਆ ਲੂਣ ਤੋਂ।
ਔਰ ਇਹ ਮੱਖਣ ਸ਼ਾਹ ਲੁਬਾਣਾ ਸੀ, ਇਸ ਦਾ ਬਾਪ ਅਰਥਾ ਸੀ, ਉਹਦਾ ਬਾਪ ਦਾਸਾ ਸੀਗਾ। ਇਹ ਸਾਰੇ ਸਿੱਖੀ ਨਾਲ ਜੁੜੇ ਸਨ। ਸਾਰੇ ਹੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਜੁੜੇ ਨੇ। ਕਿਉਂ ਜੁੜੇ, ਕਿਵੇਂ ਜੁੜੇ ਆ? ਕਿਉਂ ਗੁਰੂ ਨਾਨਕ ਸਾਹਿਬ ਜਿਹੜੇ ਉਦਾਸੀਆਂ ਤੇ ਜਾਂਦੇ ਸਨ ਤੇ ਰਸਤੇ 'ਚ ਟਾਂਡਿਆਂ ਨਾਲ ਮੇਲ ਹੁੰਦਾ ਸੀ, ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸੁਣਦੇ ਸਨ ਉਹ ਸਾਰੇ ਸਿੱਖ ਬਣ ਜਾਇਆ ਕਰਦੇ ਸਨ। ਤੋ ਇਹ ਤਿੰਨ ਰਾਜਪੂਤ ਪਰਿਵਾਰ ਸਭ ਤੋਂ ਵੱਡੇ ਸਨ। ਤੇ ਇਹ ਭਾਈ ਲੱਖੀ ਰਾਏ ਵਣਜਾਰਾ ਦਾ ਦਾਦਾ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਨੂੰ ਰਾਮਪੁਰ ਦੇ ਕੋਲ ਟਾਂਡਾ, ਜਿਹੜਾ ਅੱਜ ਕੱਲ੍ਹ ਉਹਦਾ ਨਾਂ ਟਾਂਡਾ ਹੈ, ਨਾਨਕਪੁਰੀ ਟਾਂਡਾ ਵੀ ਕਹਿੰਦੇ ਹਨ, ਉੱਥੇ ਅੱਜ ਸਾਰਾ ਪਿੰਡ ਹੀ ਤਕਰੀਬਨ ਸਿੱਖਾਂ ਦਾ ਹੈ। ਇੱਕ ਇਤਫਾਕ ਦੀ ਗੱਲ ਹੈ, ਹਾਲਾਂਕਿ ਹਿਸਟਰੀ ਜਿਓਗ੍ਰਾਫੀ ਦੀ ਗੱਲ ਹੈ ਵੀ ਜਿਹੜੇ ਇਹ ਪਿੰਡ ਹੈ ਇਹਦੇ ਨਾਲ ਤਿੰਨ ਹੱਦਾਂ ਲੱਗਦੀਆਂ ਹਨ। ਯੂਪੀ ਦੀ, ਉੱਤਰਾਖੰਡ ਦੀ, ਇਹ ਤਿੰਨ ਜ਼ਿਲ੍ਹਿਆਂ ਦੀਆਂ ਹੱਦਾਂ ਲੱਗਦੀਆਂ ਔਰ 2 ਸੂਬਿਆਂ ਦੀਆਂ ਉਸ ਪਿੰਡ ਨੂੰ ਹੱਦਾਂ ਲੱਗਦੀਆਂ ਨੇ। ਸੋ ਇਸ ਤਰ੍ਹਾਂ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੱਖੀ ਰਾਏ ਵਣਜਾਰਾ ਜਿਹੜਾ ਸਿੱਖੀ ਨਾਲ ਜੁੜਿਆ ਹੋਇਆ ਸੀ। यानी कि लखी शाह बंजारा दे पूरे परिवार ने गुरु नानक साहब के दर्शन किए। हाँ, ये भी है, परिवार दे ने दर्शन किए, सारे गुरुओं के किए। जिथे भी गुरु साहब होंदे सन ये पहुंचिया करते सन ते अपनी सालाना भेटा दिया करते सन। आम एक तुसीं सुनिया कि मक्खन शाह लुबाना ने गुरु तेग बहादुर साहब नूं लभ्या लफज ते गलत है भी नाल मिथ दी जुड़ी हुई है भी उन्होंने मोढा दिता ते जहाज, इदां दी गल कोई नहीं सी। मक्खन शाह लुबाना हर साल 100 मोहरां सोने दियां भेंट करिया करदा सीगा गुरु साहब नूं। ਜਿਹੜੇ ਵੀ ਗੁਰੂ ਸਾਹਿਬ ਗੱਦੀ ਤੇ ਬੈਠੇ ਹੋ, ਜੋਤੀ ਜੋਤ ਸਮਾ ਚੁੱਕੇ ਹਨ, ਉਸ ਤੋਂ ਬਾਅਦ ਨਵਾਂ ਆ ਜਾਏ ਤਾਂ ਉਹ ਭੇਟ ਕਰਨ ਆਇਆ ਕਰਦੇ ਸਨ। ਤਾਂ ਇਸ ਤਰ੍ਹਾਂ ਭੇਟ ਕੀਤੀ। ਸਾਰੇ ਇਹ ਤਿੰਨੇ ਦੇ ਤਿੰਨੇ ਜਿਹੜੇ ਅਮੀਰ ਸ਼ਖਸ ਸਨ, ਜਿਹੜੇ ਅੱਧੇ ਹਿੰਦੁਸਤਾਨ ਦੇ ਮਾਲਕ ਸਨ, ਹਿੰਦੁਸਤਾਨ ਤੇ ਪਾਕਿਸਤਾਨ ਦੀ ਸਾਰੀ ਜ਼ਮੀਨ ਦੇ ਮਾਲਕ ਸਨ, ਅਫਗਾਨਿਸਤਾਨ ਤੱਕ ਇਹਨਾਂ ਦੀ ਜ਼ਮੀਨ ਸੀ। ਤਾਂ ਇਹ ਲੋਕ ਸਨ ਜਿਹੜੇ ਇਹ ਗੁਰੂ ਸਾਹਿਬ ਕੋਲ ਬਾਕਾਇਦਾ ਆਉਂਦੇ ਰਹਿੰਦੇ ਸਨ। ਤੁਸੀਂ ਉਹਨਾਂ ਦੇ ਪਰਿਵਾਰ ਦੀ ਬੱਚਿਆਂ ਦੀ ਗੱਲ ਕੀਤੀ ਹੈ। ਲੱਖੀ ਰਾਏ ਵਣਜਾਰਾ ਦੇ 2 ਬੱਚੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਵਿੱਚ ਸਨ। ਐਡਾ ਵੱਡਾ ਅਮੀਰ ਆਦਮੀ, ਤੁਸੀਂ ਦੇਖੋ ਮੈਂ ਕਿੰਨੀ ਉਹਦੀ ਸਲਤਨਤ ਹੈ। ਮੁਗਲ ਬਾਦਸ਼ਾਹ ਤੋਂ ਬਾਅਦ ਦੂਜੇ ਨੰਬਰ ਤੇ ਅਮੀਰ ਲੱਖੀ ਰਾਏ ਵਣਜਾਰਾ ਸੀ, ਜਿਹਦੇ ਕੋਲ 3 ਲੱਖ ਨੌਕਰ ਨੇ। 3 ਲੱਖ ਘੱਟ ਤੋਂ ਘੱਟ ਕਹਿ ਰਿਹਾ। ਤੇ ਉਹ ਇਹਨਾਂ ਅਮੀਰ ਸੀ ਤੇ ਉਹਨੇ 2 ਬੱਚਿਆਂ ਨੂੰ ਅੱਜ ਆਪਣੀ ਫੌਜ 'ਚ ਭਰਤੀ ਕੀਤਾ ਸੀ। ਕੋਈ ਮੈਨੂੰ ਦੱਸਿਓ ਕੋਈ ਹਿੰਦੁਸਤਾਨ ਦਾ ਕੋਈ ਮਿਨਿਸਟਰ ਹੋਵੇ ਜਾਂ ਕੋਈ ਬੜਾ ਵੱਡਾ ਅਮੀਰ ਬੰਦਾ ਹੋਵੇ ਆ ਇੰਡੀਅਨ ਆਰਮੀ 'ਚ ਕਿਸੇ ਬੱਚੇ ਨੂੰ ਭੇਜਦਾ ਹੋਵੇ? ਸਵਾਲ ਹੀ ਨਹੀਂ ਪੈਦਾ ਹੋਏਗਾ ਕਦੇ। ਔਰ ਉਸਨੇ 2 ਬੱਚੇ ਭੇਜੇ ਸੀਗੇ, 7 'ਚੋਂ 7 ਪੁੱਤਰ ਸਨ ਔਰ 2 ਸ਼ਹੀਦ ਹੋਏ ਉਹਦੇ ਪੁੱਤਰ। ਗੁਰੂ ਸਾਹਿਬ ਦੀਆਂ ਜੰਗਾਂ 'ਚ 2 ਪੁੱਤਰ ਸ਼ਹੀਦ ਹੋਏ ਆ, 7 ਪੁੱਤਰ ਸਨ। ਤੇ ਉਹ ਲੱਖੀ ਰਾਏ ਵਣਜਾਰਾ ਦੀ ਡੈਥ 1680 ਵਿੱਚ ਹੁੰਦੀ ਹੈ। ਔਰ ਉਸ ਤੋਂ ਬਾਅਦ ਜਿਹੜੇ ਉਸਦੇ ਬਾਕੀ 5 ਪੁੱਤਰ ਨੇ ਉਹ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਿਲ ਹੋਏ ਸਨ ਔਰ 5 ਦੇ 5 ਜਿਹੜੇ ਆ ਉਹ ਲੜਾਈ 'ਚ ਸ਼ਹੀਦ ਹੋਇਆ। 17 ਪੋਤਰੇ ਸਨ ਇਹਦੇ, ਯਾਨੀ 7 ਪੁੱਤਰਾਂ ਦੇ 17 ਬੱਚੇ ਸਨ। ਅੱਗੋਂ 17 ਦੇ 17 ਜਿਹੜੇ ਨੇ ਬੰਦਾ ਸਿੰਘ ਬਹਾਦਰ ਔਰ ਬਿਸਤਰਾਂ ਦੀ ਲੜਾਈ ਵਿੱਚ ਸ਼ਹੀਦ ਹੋਏ ਆ। ਇਹਨਾਂ ਦੇ ਅੱਗੋਂ 24 ਪੜਪੋਤੇ ਸਨ, ਉਹ ਵੀ ਸਾਰੇ ਦੇ ਸਾਰੇ ਇਸ ਜੰਗ ਵਿੱਚ ਸ਼ਹੀਦ ਹੋਇਆ। ਮੈਂ ਵਣਜਾਰਿਆਂ ਦੀ ਗੱਲ ਕੀਤੀ ਸੀ ਜੀ। ਜਿਸ ਤਰ੍ਹਾਂ ਮੈਂ ਦੱਸਿਆ ਵੀ 3 ਲੱਖ ਤੋਂ ਉੱਪਰ ਤਾਂ ਉਹਨਾਂ ਦੇ ਮੁਲਾਜ਼ਮ ਸਨ, ਇਹ ਸਾਰਿਆਂ ਨੂੰ ਵਣਜਾਰੇ ਕਹਿੰਦੇ ਸਨ। ਅੱਜ ਅਸੀਂ ਵਣਜਾਰਾ ਇੱਕ ਗਰੀਬ ਬੰਦੇ ਨੂੰ ਕਹਿ ਦਿੰਦੇ ਆ ਵੀ ਇਹ ਜਿਹੜੇ ਛੋਟੇ ਮੋਟੇ ਕੰਮ ਕਰਦੇ ਆ ਤੇ ਝੌਂਪੜੀਆਂ ਬਣਾ ਕੇ ਰਹਿੰਦੇ ਆ ਜਾਂ ਕੱਚੇ ਘਰਾਂ ਵਿੱਚ ਰਹਿੰਦੇ ਆ। ਇਸੇ ਤਰ੍ਹਾਂ ਸਿਕਰੀਗਰ ਨੇ ਵੀ ਲੋਕਾਂ ਦੀਆਂ ਬਾਲਟੀਆਂ ਦੇ ਬੱਠਲ ਬਣਾਉਂਦੇ ਨੇ ਜਾਂ ਛੋਟੇ ਮੋਟੇ ਤਾਲੇ ਖੋਲ੍ਹਣ ਬਣਾਉਣ ਦਾ ਕੰਮ ਨਿੱਕਾ ਮੋਟਾ ਕਰਦੇ ਆ। ਸਿਕਰੀਗਰ ਉਹ ਲੋਕ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਬੰਦਾ ਬਹਾਦਰ ਤੱਕ ਹਥਿਆਰ ਬਣਾਇਆ ਕਰਦੇ ਸਨ, ਤਲਵਾਰਾਂ ਬਣਾਇਆ ਕਰਦੇ ਸਨ, ਤੀਰ ਕਮਾਨ ਬਣਾਇਆ ਕਰਦੇ ਸਨ ਔਰ ਕਈ ਬੰਦੂਕਾਂ ਵੀ ਬਣਾਇਆ ਕਰਦੇ ਸਨ। ਲੋਹਗੜ੍ਹ ਦੇ ਅੰਦਰ ਕਿਲ੍ਹਾ ਸੀਗਾ। 3 ਲੋਹਗੜ੍ਹ ਆਪਣੇ ਕੋਲ ਮਸ਼ਹੂਰ ਨੇ, ਹੈਗੇ ਤਾਂ ਕਿੰਨੇ ਹੀ ਨੇ। ਸਭ ਤੋਂ ਪਹਿਲਾ ਲੋਹਗੜ੍ਹ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ। ਉਹ ਅੱਜ ਵੀ ਅੰਮ੍ਰਿਤਸਰ ਜਾਓ ਤੇ ਇੱਕ ਲੋਹਗੜ੍ਹ ਕਿਲ੍ਹਾ ਗੁਰਦੁਆਰਾ ਹੈ। ਇਹ ਦੂਸਰਾ ਲੋਹਗੜ੍ਹ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਥੇ ਅਨੰਦਪੁਰ ਸਾਹਿਬ 'ਚ ਬਣਾਇਆ। ਉੱਥੇ ਅੱਜ ਵੀ ਜਿਹੜਾ ਉਹਦਾ ਨਾਮ ਲੋਹਗੜ੍ਹ ਕਿਲ੍ਹਾ ਗੁਰਦੁਆਰਾ ਹੈ। ਤੇ ਤੀਸਰਾ ਜਿਹੜਾ ਤੁਸੀਂ ਲੋਹਗੜ੍ਹ ਜਿਹੜਾ ਸਢੌਰੇ ਦੇ ਕੋਲ ਨਾਨ ਰਿਆਸਤ ਦੇ ਵਿੱਚ ਹਰਿਆਣਾ ਤੇ ਹਿਮਾਚਲ ਦੀ ਬਾਰਡਰ ਤੇ ਇਹ ਪੈਂਦਾ ਹੈ। ਸਾਰਾ ਕਾਲੇਸਰ ਦਾ ਜੰਗਲ ਹੈ, ਥੱਲੇ ਲੋਹਗੜ੍ਹ ਦਰਿਆ ਹੈ, ਸੋਮ ਦਰਿਆ ਹੈ। ਇਹ ਸਾਰਾ ਦੇ ਸਾਰਾ ਜਿਹੜਾ ਇਹ 3 ਨਾਨ, ਇਹਨਾਂ 3 ਥਾਵਾਂ ਤੇ ਉੱਤੇ ਅੰਦਰ ਜਿਹੜੇ ਸਨ ਹਥਿਆਰਾਂ ਦੇ ਕਾਰਖਾਨੇ ਲੱਗੇ ਹੋਏ ਸਨ ਔਰ ਇਹ ਸਿਕਰੀਗਰ ਬਣਾਇਆ ਕਰਦੇ ਸੀ। ਵਣਜਾਰੇ ਜਿਹੜੇ ਨੇ ਉਹ ਜਿਹੜਾ ਕਿਲ੍ਹਾ ਤੁਸੀਂ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਵੀ 7000 ਏਕੜ ਦੀ ਥਾਂ ਦੇ ਵਿੱਚ ਫੈਲਿਆ ਹੋਇਆ, ਸ਼ਾਇਦ ਇਸ ਤੋਂ ਵੀ ਹੋਰ ਜ਼ਿਆਦਾ ਵੀ ਕਿਤੇ ਵੱਡਾ ਹੋਵੇ, ਜਿਹਦੀ ਭਾਲ ਦੀ ਲੋੜ ਹੈ। ਮੈਂ ਦੇਖਿਆ ਗਗਨਦੀਪ ਸਿੰਘ DDPO ਯਮੁਨਾਨਗਰ ਜਿਹੜੇ ਨੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੇ ਇਸ ਕਿਲ੍ਹੇ ਦੀ ਭਾਲ ਕੀਤੀ ਹੈ। ਸਾਰਿਆਂ ਦਾ ਸਾਰਾ ਉਹਨਾਂ ਨੇ ਜਿਹੜਾ ਫੋਟੋਆਂ ਜਿਹੜੀਆਂ ਤਿਆਰ ਕੀਤੀਆਂ ਨੇ, ਵੀਡੀਓ ਫਿਲਮਾਂ ਬਣਾਈਆਂ ਹੋਈਆਂ ਨੇ। ਤੇ ਇਹ ਜਿਹੜਾ ਸੀਗਾ ਵਣਜਾਰਿਆਂ ਦਾ ਕੰਮ,
3 ਲੱਖ ਤੋਂ ਜ਼ਿਆਦਾ ਬੰਦਾ ਸੀ। ਇਹਨਾਂ ਸਾਰਿਆਂ ਨੇ ਮਿਲ ਕੇ ਕਿਲਾ ਬਣਾਇਆ ਹੈ। ਔਰ ਜਦੋਂ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਿਆ ਤੇ ਇਹ ਸਿੱਖ ਜਿਹੜੇ ਫੌਜੀ ਸਾਰੇ ਖਤਮ ਹੋ ਚੁੱਕੇ ਨੇ ਜਾਂ ਜੰਗਲਾਂ 'ਚ ਚਲੇ ਗਏ ਨੇ, ਉਦੋਂ ਇਹਨਾਂ ਉੱਤੇ ਮੁਗਲਾਂ ਨੇ ਆ ਕੇ ਕਬਜ਼ਾ ਕਰ ਲਿਆ, ਕਿਲਾ ਵੀ ਢਾਣਾ ਸ਼ੁਰੂ ਕੀਤਾ ਤੇ ਸਿਕਲੀਗਰਾਂ ਜਿਹੜੇ ਵਣਜਾਰੇ ਉਹਨਾਂ 'ਚੋਂ ਬਹੁਤ ਸਾਰੇ ਤੇ ਸਿਕਲੀਗਰਾਂ 'ਚੋਂ ਮਾਰ ਵੀ ਦਿੱਤੇ ਨੇ, ਬਾਕੀ ਕੁਝ ਬਚ ਕੇ ਨਿਕਲ ਗਏ ਨੇ, ਕੋਈ ਸਾਊਥ ਤੱਕ ਨਿਕਲ ਗਏ ਨੇ। ਇਹ ਵਣਜਾਰੇ ਲੱਖੀ ਰਾਏ ਵਣਜਾਰਾ ਦੇ ਜਿਹੜੇ ਸਾਥੀ ਸਨ, ਮੁਲਾਜ਼ਮ ਸਨ ਤੇ ਸਾਰੇ ਦੇ ਸਾਰੇ ਸਿੱਖ ਸਨ। ਅੱਜ ਵੀ ਉਹਨਾਂ ਦੇ ਘਰਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਜਾਂਦਾ। ਆਪ ਜੀ ਨੇ ਦੱਸਿਆ ਕਿ ਲੱਖੀ ਸ਼ਾਹ ਵਣਜਾਰਾ ਦਾ ਜੋ ਪੂਰਾ ਪਰਿਵਾਰ ਸੀ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਗੁਰੂ ਦੇ ਲੜ ਲੱਗੇ। ਬਿਲਕੁਲ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਦੇ ਪੂਰੇ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਜੋ ਸੀ ਉਹ ਕੋਈ ਕਿਸੇ ਨੇ ਸ਼ਹੀਦੀ ਪਾਈ, ਕਿਸੇ ਨੇ ਸੇਵਾ ਕੀਤੀ ਗੁਰੂ ਘਰ ਦੀ। ਅਜੇ ਵਿੱਚ ਜੋ ਹਕੂਮਤਾਂ ਚੇਂਜ ਹੋਈਆਂ, ਹਕੂਮਤਾਂ ਬਦਲੀਆਂ, ਜਿਨ੍ਹਾਂ ਵਿੱਚ ਮੁਗਲ ਸ਼ਾਸਨ ਵੀ ਸੀ, ਜਿਸ ਦਾ ਅਤਿਆਚਾਰ ਬਾਰੇ ਸਾਰੀ ਦੁਨੀਆ ਜਾਣਦੀ ਹੈ, ਤੇ ਉਸ ਦੌਰਾਨ ਉਹਨਾਂ ਹਕੂਮਤਾਂ ਦੇ ਸ਼ਾਸਨ ਦੌਰਾਨ ਕਿ ਲੱਖੀ ਸ਼ਾਹ ਵਣਜਾਰਾ ਦੇ ਪਰਿਵਾਰ ਨੂੰ ਕੀ ਕੋਈ ਸੈਕਰੀਫਾਈਸਿਸ ਵੀ ਕਰਨੇ ਪਏ? ਲੱਖੀ ਰਾਏ ਵਣਜਾਰਾ ਦੇ ਪਰਿਵਾਰ ਨੇ ਉਦੋਂ ਸੈਕਰੀਫਾਈਸਿਸ ਕੀਤੀਆਂ ਜਦੋਂ ਜੰਗਾਂ ਹੋਈਆਂ ਨੇ, ਲੜਾਈਆਂ ਹੋਈਆਂ ਨੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਹੋਈਆਂ, ਬੰਦਾ ਸਿੰਘ ਬਹਾਦਰ ਵੇਲੇ, ਸਿੱਖ ਮਿਸਲਾਂ ਵੇਲੇ ਜਿਹੜੀਆਂ ਹੁੰਦੀਆਂ ਰਹੀਆਂ ਨੇ। ਇੱਕ ਤੁਸੀਂ ਇਹ ਜਿਹੜੀ ਮੁਗਲ ਸਰਕਾਰਾਂ ਦੀ ਗੱਲ ਕੀਤੀ ਨਾ, ਕਿਉਂਕਿ ਕਈ ਬਾਦਸ਼ਾਹ ਹੋਏ ਨੇ ਇਹਨਾਂ ਦੇ ਵੇਲੇ 'ਚ, ਬਾਬਰ ਤੋਂ ਲੈ ਕੇ ਬਾਬਰ, ਅਕਬਰ, ਜਹਾਂਗੀਰ, ਹਮਾਯੂ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਇਹ ਤੋਂ ਫਰਕਸਿਆਰ, ਇਹਨਾਂ ਸਾਰੇ ਦੇ ਸਾਰੇ ਦੌਰਾਨ ਜਿਹੜਾ ਆਮ ਤੌਰ 'ਤੇ ਇੱਦਾਂ ਹੁੰਦਾ ਵੀ ਬਾਦਸ਼ਾਹਾਂ ਦਾ ਬਾਗੀਆਂ ਦੇ ਨਾਲ ਟਕਰਾ ਹੁੰਦਾ ਹੀ ਹੈ। ਲੱਖੀ ਰਾਏ ਵਣਜਾਰਾ ਨੂੰ ਬਾਗੀ ਨਹੀਂ ਜਾਣਿਆ ਗਿਆ ਕਿਉਂਕਿ ਇੰਨਾ ਸੀਕ੍ਰੇਟਲੀ ਇਹ ਕੰਮ ਕਰਦੇ ਸਨ ਕਿਲੇ ਦਾ। ਜਾਂ ਦੂਸਰੀ ਇੱਕ ਹੋਰ ਗੱਲ ਸੀ ਵੀ ਇਹ ਸਿਰਫ ਗੁਰੂ ਸਾਹਿਬ ਨੂੰ ਦੀ ਸੇਵਾ ਨਹੀਂ ਸਨ ਕਰਦੇ। ਮੈਂ ਜਿਸ ਤਰ੍ਹਾਂ ਕਿ ਵੀ ਲੱਖੀ ਰਾਏ ਵਣਜਾਰਾ ਇੱਕ ਬਹੁਤ ਵੱਡਾ ਵਪਾਰੀ ਸੀਗਾ। ਔਰ ਤੁਸੀਂ ਅੱਜ ਦਿੱਲੀ 'ਚ ਬੈਠੇ ਹੋ, ਇਹ ਲਾਲ ਕਿਲਾ ਤੁਹਾਨੂੰ ਨਜ਼ਰ ਆਉਂਦਾ ਹੈ, ਲਾਲ ਕਿਲੇ ਦਾ ਪੱਥਰ ਸਪਲਾਈ ਕਰਨ ਵਾਲਾ ਵੀ ਲੱਖੀ ਰਾਏ ਵਣਜਾਰਾ ਜੀ। ਬਹੁਤ ਘੱਟ ਇਹਦਾ ਜ਼ਿਕਰ ਕਰਦੇ, ਕੋਈ ਨਹੀਂ ਜ਼ਿਕਰ ਕਰਦਾ। ਦਿੱਲੀ ਦੀ ਅੱਧੀ ਰਿਆਸਤ ਦਾ ਮਾਲਕ ਲੱਖੀ ਰਾਏ ਵਣਜਾਰਾ, ਤੇ ਉਹਦੀ ਯਾਦਗਾਰ ਵੀ ਜਿਹੜੀ ਹੈ ਸਿੱਖਾਂ ਨੇ ਰਕਾਬਗੰਜ ਗੁਰਦੁਆਰੇ ਦੇ ਅੰਦਰ ਆਪ ਬਣਾਈ ਹੈ। ਔਰ ਚਾਹੀਦਾ ਤਾਂ ਇਹ ਸੀਗਾ ਕਿ ਦਿੱਲੀ ਦੇ ਕਿਸੇ ਬਹੁਤ ਵੱਡੇ ਇਲਾਕੇ ਦਾ ਨਾਂ, ਚੌਂਕ ਦਾ ਨਾਂ, ਕੋਈ ਕਿਸੇ ਯਾਦਗਾਰ ਦਾ ਨਾਂ ਲੱਖੀ ਰਾਏ ਵਣਜਾਰਾ ਦੇ ਨਾਂ ਤੇ ਰੱਖਿਆ ਜਾਂਦਾ। ਇਹ ਆਸਾਨ ਫਰਮੋਸ਼ੀ ਹੈ ਭਾਰਤ ਸਰਕਾਰਾਂ ਦੀ ਜਿੰਨੀਆਂ ਵੀ ਹੋਈਆਂ ਨੇ, ਕਿਸੇ ਨੇ ਇਸ ਗੱਲ ਦਾ। ਵੈਸੇ ਦੂਸਰਾ ਇਹ ਵੀ ਹੈ ਵੀ ਇਹਦੇ ਬਾਰੇ ਜਾਣਕਾਰੀ ਵੀ ਬਹੁਤ ਘੱਟ ਲੋਕਾਂ ਨੂੰ ਹੋਵੇਗੀ। ਇਹਨਾਂ ਨੇ ਜਾਣ ਕੇ ਲੁਕਾਈ ਹੋਵੇਗੀ ਜਿਹਨਾਂ ਨੂੰ ਪਤਾ ਹੈ, ਕਿਉਂਕਿ ਹਿਸਟਰੀ ਜਿਹੜੇ ਲਿਖਦੇ ਨੇ ਉਹਨਾਂ ਨੂੰ ਤਾਂ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਨਾ, ਔਰ ਉਹ ਜਾਣ ਕੇ ਲੁਕਾਉਂਦੇ। ਲੋਹਗੜ੍ਹ ਕਿਲੇ ਦਾ ਨਾਂ ਲੁਕਾਈ ਰੱਖਿਆ ਇਹਨਾਂ ਨੇ। ਹੋਰ ਤਾਂ ਗੱਲ ਹੋਈ ਵੀ ਲੋਹਗੜ੍ਹ ਕਿਲਾ ਵੀ ਕੋਈ ਇੱਥੇ ਹੁੰਦਾ ਸੀਗਾ। ਲੱਖੀ ਰਾਏ ਵਣਜਾਰਾ ਦੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਵੀ 3 ਲੱਖ ਤੋਂ ਜ਼ਿਆਦਾ ਉਹਦੇ ਸਾਥੀ ਸਨ, ਫੌਜੀ ਸਨ। ਮੁਗਲ ਬਾਦਸ਼ਾਹ ਦੀ ਆਪਣੀ ਇੰਨੀ ਫੌਜ ਨਹੀਂ ਸਾਡੇ। ਕਮਾਲ ਦੀ ਗੱਲ ਦੇਖੋ, ਜਦੋਂ ਬਹਾਦਰ ਸ਼ਾਹ ਜਿਹੜਾ ਹੈ ਉਹ ਆਪਣੇ ਭਰਾ ਨੂੰ ਮਾਰਨ ਤੋਂ ਬਾਅਦ ਸਾਊਥ ਤੋਂ ਆ ਰਿਹਾ ਹੈ, ਲਾਹੌਰ ਵੱਲ, ਦਿੱਲੀ ਵੱਲ ਆ ਰਿਹਾ ਹੈ, ਤੇ ਦਿੱਲੀ ਤੋਂ ਫਿਰ ਜਦੋਂ ਉਹਨੂੰ ਪਤਾ ਲੱਗਦਾ ਵੀ ਬੰਦਾ ਸਿੰਘ ਬਹਾਦਰ ਨੇ ਸਰਹੰਦ ਵੀ ਕਬਜ਼ੇ 'ਚ ਕਰ ਲਈ, ਹੋਰ ਵੀ ਇਲਾਕੇ ਕਬਜ਼ੇ 'ਚ ਕਰ ਰਿਹਾ, 16 ਕਿਲੇ ਜਿੱਤ ਲਏ ਨੇ, ਤੇ ਉਹ ਕਹਿੰਦਾ ਵੀ ਹੁਣ ਸ਼ਾਹਜਹਾਨਪੁਰ ਨਹੀਂ ਜਾਣਾ। ਦਿੱਲੀ ਨੂੰ ਤਾਂ ਸ਼ਾਹਜਹਾਨਪੁਰ ਕਹਿੰਦੇ ਸਨ। ਸ਼ਾਹਜਹਾਨਪੁਰ ਇਸ ਕਰਕੇ ਕਹਿੰਦੇ ਸੀ ਕਿ ਜਿਹੜਾ ਆਪਣਾ ਲਾਲ ਕਿਲਾ, ਜਾਮਾ ਮਸਜਿਦ, ਫਤਿਹਪੁਰੀ ਤੱਕ ਦਾ ਇਲਾਕਾ ਹੈ, ਸਦਰ ਬਾਜ਼ਾਰ ਦਾ ਇਲਾਕਾ ਹੈ, ਦਰੀਬਾ ਕਲਾਂ ਦਾ ਇਲਾਕਾ, ਇਹ ਸਾਰੇ ਦਾ ਸਾਰਾ ਇਲਾਕਾ ਜਿਹੜਾ ਨਾ ਇਹ ਸ਼ਾਹਜਹਾਨ ਨੇ ਵਸਾਇਆ ਸੀ ਲਾਲ ਕਿਲੇ ਦੇ ਆਲੇ ਦੁਆਲੇ। ਇਸ ਕਰਕੇ ਇਸ ਨੂੰ ਸ਼ਾਹਜਹਾਨਪੁਰ ਵੀ ਕਹਿੰਦੇ ਸਨ। ਹਾਲਾਂਕਿ ਦਿੱਲੀ 7 ਵਾਰੀ ਵਸੀ ਹੈ, 7 ਥਾਵਾਂ ਨੇ। ਪ੍ਰਿਥਵੀ ਰਾਜ ਚੌਹਾਨ ਦਾ ਇਲਾਕਾ ਹੈ, ਪੁਰਾਣਾ ਕਿਲਾ ਇਲਾਕਾ ਹੈ, ਸਾਰੇ ਫਤਿਹਪੁਰੀ ਹੈਗੇ ਹੈ, ਫਿਰੋਜ਼ਾਬਾਦ ਹੈਗਾ, ਫਿਰੋਜ਼ ਸ਼ਾਹ ਤੁਗਲਕ ਦੇ ਵੇਲੇ ਦਾ। ਤੋ ਇਹ ਸਾਰੇ ਦੇ ਸਾਰੇ ਜਿਹੜੇ ਨੇ ਉਹਨਾਂ ਦੇ ਵੇਲੇ 'ਚ ਬਣੇ ਹੋਏ ਦਿੱਲੀ ਸਨ, ਤੇ ਦਿੱਲੀ ਸ਼ਾਹਜਹਾਨ ਨੇ ਵਸਾਈ ਸੀਗੀ। ਤੁਸੀਂ ਲਾਲ ਕਿਲੇ ਦੇ ਪਿਛਲੇ ਪਾਸੇ ਦੇਖੋ, ਸਲੀਮਗੜ੍ਹ ਕਿਲਾ ਹੈ। ਸਲੀਮ ਸ਼ਾਹ ਜਿਹੜਾ ਸੀ ਨਾ, ਸ਼ੇਰ ਸ਼ਾਹ ਸੂਰੀ ਦਾ, ਇਹਨਾਂ ਸੂਰੀਆਂ ਦਾ ਵੀ ਕਬਜ਼ਾ ਰਿਹਾ। ਹਮਾਯੂ ਨੂੰ ਜਦੋਂ ਇਹਨਾਂ ਨੇ ਹਰਾਇਆ ਉਸਨੇ ਬਣਾਇਆ ਸੀਗਾ, ਯਾਨੀ ਕਿ ਸੂਰੀ ਦੇ ਵੇਲੇ ਦਾ ਇਹ ਇਲਾਕਾ ਸੀਗਾ। ਤੋ ਮੈਂ ਜਿਵੇਂ ਜ਼ਿਕਰ ਕੀਤਾ ਵੀ 3 ਲੱਖ ਤੋਂ ਜ਼ਿਆਦਾ ਸੀ, ਤੇ ਬਾਦਸ਼ਾਹ ਦੀ ਆਪਣੀ ਫੌਜ ਜਿਹੜੀ ਹੈ ਜਦੋਂ ਬਹਾਦਰ ਸ਼ਾਹ ਹਰਾ ਕੇ ਆ ਰਿਹਾ ਉਹਨਾਂ ਆਪਣੇ ਭਰਾ ਨੂੰ, ਤੇ ਇਹਨੂੰ ਪਤਾ ਲੱਗਾ ਵੀ ਸਰਹੰਦ ਦੇ ਉੱਤੇ ਕਬਜ਼ਾ ਹੋ ਗਿਆ, ਤਾਂ ਇਹਦੇ ਨਾਲ ਜਿਹੜੀ ਫੌਜ ਸੀ ਉਹਦੀ ਟੋਟਲ ਗਿਣਤੀ 1 ਲੱਖ ਦੇ ਕਰੀਬ ਸੀ। ਔਰ ਇਹਨੇ ਕਿਹਾ ਸ਼ਾਹਜਹਾਨਬਾਦ ਨਹੀਂ ਜਾਣਾ, ਆਪਾਂ ਸਾਰੇ ਸਿੱਧਾ ਜਾਵਾਂਗੇ ਲੋਹਗੜ੍ਹ ਕਿਲੇ ਵੱਲ, ਤੇ ਬੰਦਾ ਸਿੰਘ ਬਹਾਦਰ ਤੋਂ ਅਸੀਂ ਆਜ਼ਾਦ ਕਰਾਵਾਂਗੇ। ਤੋ ਇੰਨੀ 1 ਲੱਖ ਤੋਂ ਵੱਧ ਫੌਜ ਨਹੀਂ ਸੀ। ਬਾਕੀ ਫੌਜ ਮਨਸਬਦਾਰਾਂ ਸੀ। ਮਨਸਬਦਾਰ ਹੁੰਦਾ ਹੈ ਵੀ ਜਿੱਦਾਂ ਕਿਸੇ ਨੂੰ ਮਨਸਬ ਮਿਲਿਆ ਹੋਵੇ, ਕਿਸੇ ਨੂੰ ਵੀ 4000 ਦਾ ਮਨਸਬ ਹੈ, 7000 ਦਾ ਮਨਸਬ ਹੈ, ਉਹਦਾ ਮਤਲਬ ਇਹ ਸੀ ਜੇ 7000 ਦਾ ਮਨਸਬ ਹੈ ਤੇ 7000 ਫੌਜੀ ਉਹ ਰੱਖ ਸਕਦਾ ਆਪਣੇ ਕੋਲ, ਉਹਦੀ ਤਨਖਾਹ ਜਿਹੜੀ ਹੈ ਉਹ ਬਾਦਸ਼ਾਹ ਆਪ ਦੇਵੇਗਾ।
ਤੋ ਇਸ ਤਰ੍ਹਾਂ ਦੇ ਮਨਸਬਦਾਰ ਜਿਹੜੇ ਸਨ ਕਿੰਨੇ ਹੀ ਸਨ, ਕਿਸੇ ਨੂੰ 4000, ਕਿਸੇ ਨੂੰ 7000, ਕਿਸੇ ਨੂੰ 2000, ਤੇ ਉਹਨਾਂ ਦੀ ਸਾਰੀ ਜੇ ਫੌਜ ਬਣਾ ਲਓ ਤਾਂ ਵੀ 3 ਲੱਖ ਫੌਜ ਜਿਹੜੀ ਹੈ ਮਸਾਂ ਬਣਦੀ ਹੈ। ਤੇ ਕੱਢੇ ਲੱਖੀ ਸ਼ਾਹ ਵੰਜਾਰਾ ਕੋਲ, ਜਿਹੜਾ ਲੱਖੀ ਰਾਏ ਵੰਜਾਰਾ ਕੋਲ 3 ਲੱਖ ਤੋਂ ਕਿਤੇ ਜ਼ਿਆਦਾ ਸੀ ਤੇ ਟਕਰਾਅ ਹੋ ਸਕਦਾ ਸੀ। ਲੱਖੀ ਰਾਏ ਵੰਜਾਰਾ, ਮਾਈ ਦਾਸ ਔਰ ਜਿਹੜਾ ਮੱਖਣ ਸ਼ਾਹ ਲੁਬਾਣਾ ਹੈ, ਇਹਨਾਂ ਨੂੰ ਬਾਦਸ਼ਾਹਾਂ ਨੇ ਕਈ ਵਾਰੀ ਪੇਸ਼ਕਸ਼ ਕੀਤੀ ਵੀ ਤੁਹਾਨੂੰ ਅਸੀਂ ਮਨਸਬ ਦਿੰਦੇ ਹਾਂ। ਔਰ ਲੱਖੀ ਰਾਏ ਵੰਜਾਰਾ ਨੂੰ ਜਦੋਂ ਇਹ ਗੱਲ ਕਹੀ ਗਈ ਤੈਨੂੰ ਮਨਸਬ ਦਿੰਦੇ ਆ, ਤੇ ਉਹਨੇ ਕਿਹਾ ਵੀ ਮੈਨੂੰ ਵੱਧ ਤੋਂ ਵੱਧ 7000 ਦਾ ਮਨਸਬ ਦੇ ਦਿਓਗੇ, 3 ਲੱਖ ਤੋਂ ਉੱਪਰ ਤਾਂ ਮੇਰੇ ਕੋਲ ਆਲਰੇਡੀ ਹੈਗਾ, ਤੇ ਮੈਂ ਤੁਹਾਡੇ ਕੋਲ 7 ਲੱਖ ਦੀ ਤਨਖਾਹ ਨਹੀਂ ਲੈਣੀ ਮੇਰੇ ਦਾ। ਔਰ ਉਹ ਸਾਰਾ ਸਮਾਨ ਜਿਹੜਾ ਮੁਗਲ ਫੌਜ ਨੂੰ ਸੀ ਸਪਲਾਈ ਕਰਨ ਵਾਲੇ ਇਹ 3 ਪਰਿਵਾਰ ਸਨ। ਇਸ ਕਰਕੇ ਇਹਨਾਂ ਨਾਲ ਟਕਰਾਅ ਨਹੀਂ ਸੀ ਹੁੰਦਾ। ਜੇ ਟਕਰਾਅ ਕਰਨਗੇ ਤੇ ਫੌਜ ਨੂੰ ਰੋਟੀ ਨਹੀਂ ਮਿਲਣੀ, ਅਨਾਜ ਤਾਂ ਇਹਨਾਂ ਨੇ ਲਿਆ ਕੇ ਦੇਣਾ। ਸਭ ਤੋਂ ਵੱਡੀ ਜ਼ਰੂਰਤ ਜਿਹੜੀ ਹੁੰਦੀ ਸੀ ਉਦੋਂ ਨਮਕ ਦੀ ਹੁੰਦੀ ਸੀ। ਕਿਤੇ ਨਮਕ ਨਹੀਂ ਹੁੰਦਾ, ਸਮੁੰਦਰ ਚੋਂ ਨਮਕ ਨਹੀਂ ਸੀ ਬਣਾਇਆ ਜਾਂਦਾ ਪਹਿਲਾਂ। ਇਹ ਜਿਹੜਾ ਪੱਥਰੀ ਲੂਣ ਹੁੰਦਾ ਸੀ ਨਾ, ਕਾਲਾ ਲੂਣ ਜਿਹਨੂੰ ਕਹਿੰਦੇ ਆ, ਇਹ ਚਟਾਨਾਂ ਨੂੰ ਪੀਸ ਕੇ ਤੇ ਬਣਾਇਆ ਜਾਂਦਾ ਸੀ। ਔਰ ਇਹ ਸਾਰੇ ਦਾ ਸਾਰਾ ਲੱਖੀ ਰਾਏ ਮੱਖਣ ਸ਼ਾਹ ਲੁਬਾਣਾ ਸਪਲਾਈ ਕਰਦਾ ਸੀ। ਇਸ ਕਰਕੇ ਮੁਗਲ ਜਿਹੜੇ ਸਨ ਇਹਨਾਂ ਦੇ ਨਾਲ ਟਕਰਾਅ ਨਹੀਂ ਸਨ ਕਰਿਆ। ਡਾਕਟਰ ਸਾਹਿਬ, ਜਿਵੇਂ ਕਿ ਫੌਜ ਵਿੱਚ ਬਕਾਇਦਾ ਸਿੱਖ ਰੈਜੀਮੈਂਟ ਹੈਗੀ ਹੈ, ਤੇ ਇੰਨਾ ਕੁਝ ਹੋਣ ਦੇ ਬਾਵਜੂਦ ਸਿੱਖਾਂ ਦੀ ਜੋ ਹੋਂਦ, ਜੋ ਉਹਨਾਂ ਦੀ ਲੋਹਾ ਮਨਵਾਉਣ ਦੀ ਸ਼ਕਤੀ ਹੈਗੀ, ਜੋ ਉਹਨਾਂ ਦੀ ਦ੍ਰਿੜਤਾ ਹੈਗੀ, ਉਸ ਨੂੰ ਦੇਖਦੇ ਹੋਇਆ ਵੱਡੀ ਗਿਣਤੀ ਵਿੱਚ ਸਿੱਖ ਜੋ ਨੇ ਉਹ ਫੌਜ ਵਿੱਚ ਭਰਤੀ ਕੀਤੇ ਜਾਂਦੇ ਨੇ। ਸਿੱਖ ਰੈਜੀਮੈਂਟ ਬਕਾਇਦਾ ਇੱਕ ਵੱਡਾ ਉਦਾਹਰਨ ਹੈ। ਪਰ ਇਸ ਦੇ ਬਾਵਜੂਦ ਜੋ ਲੋਅਰ ਕਾਸਟ ਕਿਉਂ ਕਿਹਾ ਜਾਂਦਾ ਹੈ ਸਿੱਖਾਂ ਨੂੰ? ਦੇਖੋ, ਸਾਰੇ ਸਿੱਖਾਂ ਨੂੰ ਲੋਅਰ ਕਾਸਟ ਨਹੀਂ ਕਿਹਾ ਜਾਂਦਾ। ਗਲਤ ਇੱਕ ਉਹਦੇ ਚ ਕਹਿਣਾ ਸੀ ਤੁਸੀਂ ਵੀ ਸਿੱਖ ਲੀਗਲ ਰੈਜੀਮੈਂਟ ਵੀ ਹੈ। ਡਾਕਟਰ ਸਾਹਿਬ, ਜਿਵੇਂ ਕਿ ਸਿੱਖ ਇਤਿਹਾਸ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤੇ ਵੈਸੇ ਤਾਂ ਹਰ ਇੱਕ ਪੰਨਾ ਜੋ ਹੈ ਸਿੱਖ ਇਤਿਹਾਸ ਦਾ ਉਹ ਸ਼ਹੀਦਾਂ ਨਾਲ ਭਰਿਆ ਹੋਇਆ ਹੈ। ਬਕਾਇਦਾ ਜੋ ਸਿੱਖ ਮਾਰਸ਼ਲ ਆਰਟ ਹੈ ਉਸ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਸਿੱਖ ਆਰਮੀ, ਜੇ ਅਸੀਂ ਇਕੱਲੇ ਫੌਜ ਦੀ ਗੱਲ ਕਰੀਏ ਤਾਂ ਫੌਜ ਵਿੱਚ ਸਿੱਖ ਬਟਾਲੀਅਨ ਵੀ ਹੈ ਤੇ ਨਾਲ ਸਿੱਖ ਰੈਜੀਮੈਂਟ ਵੀ ਹੈਗੀ ਹੈ। ਤੇ ਸਿੱਖ ਲੀਗਲ ਔਰ ਰੈਜੀਮੈਂਟ ਇਹ ਦੋ ਦੇ ਵਿੱਚ ਕਿਉਂ, ਫੌਜ ਵਿੱਚ ਕਿਉਂ ਲੋਅਰ ਕਾਸਟ ਉਹਨਾਂ ਨੂੰ ਕਿਉਂ ਮੰਨਿਆ ਜਾਂਦਾ? ਇਸ ਤਰ੍ਹਾਂ ਵੀ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਬੈਕਗਰਾਊਂਡ ਦੱਸ ਦਿਆਂ। ਸਿੱਖ ਲੀਗਲ ਫੌਜ ਵਿੱਚ ਭਰਤੀ ਨਹੀਂ ਕੀਤੇ ਜਾਂਦੇ ਸਨ, ਵੰਜਾਰੇ ਵੀ ਭਰਤੀ ਨਹੀਂ ਕੀਤੇ ਜਾਂਦੇ ਸਨ। ਉਹਦੀ ਵਜ੍ਹਾ ਇਹ ਹੈ ਵੀ ਜਦੋਂ ਲੋਹਗੜ੍ਹ ਕਿਲ੍ਹਾ ਢਾਇਆ ਗਿਆ, ਇਹ ਸਾਰਾ ਇਲਾਕਾ ਵੰਜਾਰਿਆਂ ਦਾ ਸੀਗਾ। ਵੰਜਾਰੇ ਤੇ ਸਿੱਖ ਲੀਗਲ ਜਿਹੜੇ ਨੇ, ਅਜੇ ਵੀ ਕੁਝ ਪਿੰਡ ਹੈਗੇ ਜਿੱਥੇ ਵੰਜਾਰੇ ਤੇ ਸਿੱਖ ਲੀਗਲ ਰਹਿੰਦੇ ਆ, ਤੇ ਕੋਈ ਸਿੱਖ ਲੀਗਲਾਂ ਤੇ ਵੰਜਾਰਿਆਂ ਦੇ ਇੰਡੀਵਿਜੂਅਲ ਪਿੰਡ ਵੀ ਹੈਗੇ ਆ, ਵੀ ਇਹ ਸਾਰਾ ਪਿੰਡ ਹੀ ਉਹਨਾਂ ਦਾ ਸਿੱਖ ਲੀਗਲਾਂ ਦਾ ਪਿੰਡ, ਇਸ ਤਰ੍ਹਾਂ ਅਖਾਉਂਦੇ ਨੇ। तो ਜਦੋਂ ਇਸ ਤੇ ਕਬਜ਼ਾ ਕਰ ਲਿਆ ਗਿਆ, ਇਸ ਨੂੰ ਢਾ ਦਿੱਤਾ ਗਿਆ, ਤਾਂ ਇਹ ਸਾਰੇ ਜਿਹੜੇ ਹਜ਼ਾਰਾਂ ਲੋਕ ਲਿਆਂਦੇ ਗਏ ਸਨ ਮੁਗਲ ਇਹਨਾਂ ਨੂੰ ਢਾਉਣ ਵਾਸਤੇ, ਰੰਗੜ ਤੇ ਮੁਸਲਮਾਨ ਜਿਹੜੇ ਸਨ। तो ਇਹਨਾਂ ਨੇ ਢਾਇਆ ਜਦੋਂ, ਤੇ ਇੱਥੇ ਜਿਹੜੇ ਵੰਜਾਰੇ ਰਹਿੰਦੇ ਸੀ, ਸਿੱਖ ਲੀਗਲ ਰਹਿੰਦੇ ਸੀ, ਇਹਨਾਂ ਨੂੰ ਕਤਲ ਕੀਤਾ, ਇਹਨਾਂ 'ਚ ਕੋਈ ਭੱਜ ਗਏ, ਇਹਨਾਂ ਤੇ ਕਬਜ਼ਾ ਕਰ ਲਿਆ। ਅੱਜ ਜਿਹੜੇ ਮੁਸਲਮਾਨ ਇੱਥੇ ਰਹਿੰਦੇ ਨੇ ਸਾਰੇ 1740 ਦੇ ਆਲੇ ਦੁਆਲੇ ਦੇ ਇੱਥੇ ਲਿਆਂਦੇ ਗਏ ਨੇ, ਜਾਂ ਕੁਝ ਉਸ ਤੋਂ ਬਾਅਦ ਦੇ ਹੋਣਗੇ। तो ਜਦੋਂ ਇਹ ਕੱਢ ਦਿੱਤੇ ਗਿਆ ਤੇ ਮੁਗਲਾਂ ਨੇ ਇਹ, ਕਿਉਂਕਿ ਉਹਨਾਂ ਦੇ ਬਾਗੀਆਂ ਵਿੱਚੋਂ ਸਨ, ਇਹਨਾਂ ਨੂੰ ਜਿਹੜਾ ਉਹ ਮੁਜਰਮ ਕਰਾਰ ਦੇ ਦਿੱਤਾ ਸੀਗਾ ਵੀ ਇਹ ਮੁਜਰਮ ਨੇ, ਇਹਨਾਂ ਨੂੰ ਜਿੱਥੇ ਮਿਲਣ ਨੂੰ ਮਾਰ ਦਿੱਤਾ ਜਾਵੇ। ਇਹ ਤਾਂ ਹੀ ਭੱਜ ਕੇ ਸਾਊਥ ਵੱਲ ਚਲੇ ਗਏ ਸਨ। तो ਜਦੋਂ ਇਹ ਅੰਗਰੇਜ਼ ਆਏ ਨੇ, ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤਾਂ ਉਹ ਇਹਨਾਂ ਨੂੰ, ਉਹਨਾਂ ਨੇ ਵੀ ਜਿਹੜਾ ਮੁਜਰਮਾਨਾ ਕਲਾਸ ਦੇ ਵਿੱਚ ਰੱਖਿਆ। ਉਹਨਾਂ ਨੂੰ ਜਿੱਦਾਂ ਆਪਣੇ ਕਹਿੰਦੇ ਨੇ ਵੀ ਜਰਾਇਮ ਪੇਸ਼ਾ ਦੀ ਗੱਲ ਕਰਦੇ ਆ, ਕਿਸੇ ਨੂੰ ਕੌਮਾਂ ਨੂੰ ਜਰਾਇਮ ਪੇਸ਼ਾ, ਜਾਤਾਂ ਨੂੰ ਜਰਾਇਮ ਪੇਸ਼ਾ ਕਿਹਾ ਜਾਂਦਾ, ਇਹਨਾਂ ਨੂੰ ਜਰਾਇਮ ਪੇਸ਼ਾ ਕਿਹਾ ਜਾਂਦਾ ਸੀ। ਔਰ ਇਹਨਾਂ ਨੂੰ ਜਿੱਥੇ ਜਿੱਥੇ ਪਿੰਡ 'ਚ ਰਹਿੰਦੇ ਸਨ, ਜਾਣ ਤੋਂ ਪਹਿਲਾਂ ਪਿੰਡ ਤੋਂ ਆਪਣੇ ਸਰਪੰਚ ਨੂੰ ਜਾਂ ਨੰਬਰਦਾਰ ਨੂੰ, ਪਟਵਾਰੀ ਨੂੰ ਦੱਸ ਕੇ ਜਾਣਾ ਪੈਂਦਾ ਸੀਗਾ। ਇਹਨਾਂ ਦੀ ਇਸ ਤਰ੍ਹਾਂ ਦੀ ਹਾਲਤ ਸੀ। 47-48 ਤੋਂ ਬਾਅਦ ਜਿਹੜਾ ਇੱਕ ਸਰਕੂਲਰ ਜਿਹੜਾ ਵਾਪਸ ਲਿਆ ਗਿਆ ਇਸ ਕਰਕੇ। ਪਰ ਇਹਨਾਂ ਦੀ ਇੱਕ ਫੌਜ ਦੇ ਵਿੱਚ ਜ਼ਰੂਰਤ ਇਸ ਕਰਕੇ ਸੀ ਵੀ ਸਿੱਖ ਲੀਗਲ ਜਿਹੜੇ ਆ ਉਹ ਹਥਿਆਰ ਬਣਾਉਣ ਵਿੱਚ ਮਾਹਿਰ ਸਨ ਜਾਂ ਹਥਿਆਰ ਚਲਾਉਣ ਵਿੱਚ ਮਾਹਿਰ ਸਨ। ਇਸ ਕਰਕੇ ਇਹਨਾਂ ਦੀ ਇੱਕ ਵੱਖਰੀ ਯੂਨਿਟ ਬਣਾ ਲਈ ਗਈ। ਪਰ ਕਿਉਂਕਿ ਇਹਨਾਂ ਨੂੰ ਮੁਜਰਮ ਕਰਾਰ ਦਿੱਤਾ ਹੋਇਆ ਸੀਗਾ, ਇਸ ਕਰਕੇ ਇਹਨਾਂ ਨੂੰ ਲੋਅ ਕਾਸਟ ਦੇ ਵਿੱਚ ਵੀ ਰੱਖਿਆ ਗਿਆ। ਗਰੀਬੀ ਇਹਨਾਂ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਈ। ਵੰਜਾਰੇ ਅਸੀਂ ਜਾਣਦੇ ਹਾਂ ਲੱਖਾਂ ਦਾ ਵਪਾਰ ਕਰਦੇ ਸਨ, ਲੱਖਾਂ ਕਰੋੜਾਂ ਰੁਪਈਆਂ ਦਾ ਉਹਨਾਂ ਦਿਨਾਂ 'ਚ ਵਪਾਰ ਕਰਦੇ ਸਨ, ਤੇ ਵਪਾਰ ਦੇ ਉਹ ਮਾਹਿਰ ਸਨ। ਜਦੋਂ ਉਹਨਾਂ ਨੂੰ ਇੱਥੋਂ ਕੱਢ ਦਿੱਤਾ ਗਿਆ, ਉਹਨਾਂ ਕੋਲ ਪੈਸਾ ਵੀ ਕੋਈ ਨਹੀਂ ਸੀ ਬਹੁਤ ਜ਼ਿਆਦਾ, ਫਿਰ ਉਹਨਾਂ ਨੇ ਛੋਟਾ ਮੋਟਾ ਵਪਾਰ ਕਰਨਾ ਸ਼ੁਰੂ ਕੀਤਾ। ਤੁਸੀਂ ਜੇ ਪਿੰਡਾਂ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਜਾਣਦੇ ਨੇ ਕਿ ਪਿੰਡਾਂ ਵਿੱਚ ਵੰਜਾਰੇ ਆਉਂਦੇ ਆ, ਕੋਈ ਵੰਗਾ ਲੈ ਕੇ ਆਉਂਦਾ, ਕੋਈ ਛੋਟੀ ਮੋਟੀ ਚੀਜ਼ ਲੈ ਕੇ ਆਉਂਦਾ ਹੈ, ਵੰਜਾਰਾ ਆਇਆ, ਵੰਜਾਰਾ ਆਇਆ, ਇਸ ਤਰ੍ਹਾਂ ਦੀਆਂ ਛੋਟੇ ਮੋਟੇ ਸ਼ਬਦ ਵੀ ਸਨ। ਵੰਜਾਰੇ ਦਾ ਲਿਟਰਲੀ ਮੀਨਿੰਗ ਕੀ ਹੈਗੀ ਆ, ਇਹਦੀ ਡੈਫੀਨੇਸ਼ਨ ਕੀ ਹੈਗੀ? ਵੰਜਾਰਾ ਲਫ਼ਜ਼ ਵਨਜ ਤੋਂ ਬਣਿਆ। ਵਨਜ ਮੀਨਸ ਵਪਾਰ, ਵਪਾਰ ਕਰਨ ਵਾਲਾ। ਤੇ ਜਿਹੜੇ ਪਿੰਡਾਂ ਜਾਂਦੇ ਉਹ ਛੋਟੇ ਵਣਜ ਵਾਲੇ ਛੋਟੇ ਵਪਾਰੀ।
ਵੱਡੇ ਵਪਾਰੀ ਖਤਮ ਹੋ ਗਏ, ਸ਼ਹੀਦ ਹੋ ਗਏ ਸਾਰੇ, ਜਾਂ ਅੰਗਰੇਜ਼ਾਂ ਨੇ ਮੁਗਲਾਂ ਨੇ ਮਾਰ ਦਿੱਤੇ, ਤੇ ਫਿਰ ਨਿੱਕੇ ਨਿੱਕੇ ਪਿੰਡਾਂ ਵਿੱਚ ਜਾਣ ਲੱਗ ਪਏ। ਇਹਨਾਂ ਨੂੰ ਇਸ ਕਰਕੇ ਇਹ ਸਮਝਿਆ ਜਾਂਦਾ ਹੈ ਵੀ ਵਣਜਾਰੇ ਛੋਟੇ ਵਪਾਰ ਕਰਨ ਵਾਲੇ ਪੈਡਲਰ ਹੁੰਦੇ ਹਨ। ਤੇ ਇਸੇ ਤਰ੍ਹਾਂ ਹੀ ਅੱਜ ਵੀ ਤੁਸੀਂ ਦੇਖੋ ਵੀ ਕਈ ਪਿੰਡਾਂ ਵਿੱਚ ਵਣਜਾਰੇ ਜਾਂਦੇ ਨੇ, ਤਾਂ ਦੁਕਾਨਾਂ ਪੈ ਗਈਆਂ ਨੇ, ਤੇ ਕੁਝ ਸਾਲ ਪਹਿਲਾਂ ਤੱਕ ਵਣਜਾਰੇ ਹੀ ਜਿਹੜੇ ਨੇ ਪਿੰਡਾਂ ਵਿੱਚ ਜਾਇਆ ਕਰਦੇ ਸਨ। ਤੋ ਜਿਸ ਤਰ੍ਹਾਂ ਮੈਂ ਦੱਸਿਆ ਵੀ ਵਣਜਾਰੇ ਜਿਹੜੇ ਨੇ ਇੱਥੋਂ ਕੱਢੇ ਗਏ, ਤੇ ਉਹ ਪਤਾ ਨਹੀਂ ਕਿੱਥੇ ਕਿੱਥੇ ਤੱਕ ਫੈਲਦੇ ਗਏ, ਜਿੱਥੋਂ ਤੱਕ ਉਹਨਾਂ ਨੂੰ ਸੇਫਟੀ ਨਜ਼ਰ ਆਉਂਦੀ, ਜਿੱਥੇ ਛੋਟਾ ਮੋਟਾ ਕੰਮ ਮਿਲ ਜਾਂਦਾ। ਇੱਦਾਂ ਹੀ ਸਿਕਲੀਗਰ ਸਨ, ਜਿੱਥੇ ਕੋਈ ਛੋਟਾ ਮੋਟਾ ਕੰਮ ਮਿਲਦਾ ਰਿਹਾ ਉੱਥੇ ਉਹਨਾਂ ਨੇ ਆਪਣੀ ਝੌਂਪੜੀ ਬਣਾ ਲੈਣੀ, ਜਾਂ ਗੱਡੇ ਉਹਨਾਂ ਕੋਲ ਸਨ, ਗੱਡੇ ਦੇ ਸਮਾਨ ਰੱਖਣਾ। ਅੱਜ ਵੀ ਤੁਹਾਨੂੰ ਨਜ਼ਰ ਆਉਣਗੇ ਕੁਝ ਲੋਕ ਜਿਹੜੇ ਨੇ ਸਿਕਲੀਗਰ ਤੇ ਵਣਜਾਰੇ, ਜਿਨ੍ਹਾਂ ਨੇ ਆਪਣੇ ਇਸ ਤਰ੍ਹਾਂ ਦੇ ਛੋਟੇ ਛੋਟੇ ਟੈਂਟ ਲਾ ਕੇ ਤੇ ਉੱਥੇ ਬੈਠ ਕੇ ਕੰਮ ਕਰਦੇ ਹਨ। ਪਰ ਕੁਝ ਜਿਹੜੇ ਨੇ ਉਹ ਇੱਕ ਇਹਨਾਂ ਨੂੰ ਫਾਇਦਾ ਹੋਇਆ, ਹਾਲਾਂਕਿ ਗੱਲ ਗਲਤ ਹੈ ਵੀ ਉਹਨਾਂ ਨੂੰ ਰਾਜਪੂਤ ਨੇ ਸਾਰੇ, ਤੇ ਰਾਜਪੂਤਾਂ ਨੂੰ ਤੁਸੀਂ ਜਿਹੜਾ ਲੋ ਕਾਸਟ 'ਚ ਪਾ ਦਿਓ, ਪਰ ਉਹਨਾਂ ਨੂੰ ਇੱਕ ਫਾਇਦਾ ਹੋ ਗਿਆ ਵੀ ਇਹਨਾਂ ਨੂੰ ਰੈਜ਼ਰਵੇਸ਼ਨ ਮਿਲਣ ਕਰਕੇ ਇਹ ਬਹੁਤ ਜਿਹੜੇ ਪੜ੍ਹੇ ਲਿਖੇ ਪੜ੍ਹਦੇ ਗਏ, ਉਹਨਾਂ 'ਚੋਂ ਬੜੀਆਂ ਵੱਡੀਆਂ ਪੋਸਟਾਂ 'ਤੇ ਪਹੁੰਚ ਗਏ। ਉਂਝ ਦੇਖਿਆ ਜਾਵੇ ਤਾਂ ਇਹ ਲੋ ਕਾਸਟ ਵਿੱਚ ਨਹੀਂ ਹਨ, ਤੇ ਇਹ ਰਾਜਪੂਤ ਹਨ। ਸਿੱਖ ਤਾਂ ਸਿੱਖ ਹੀ ਹੁੰਦਾ ਹੈ ਡਾਕਟਰ ਸਾਹਿਬ, ਜਿਵੇਂ ਕਿ ਆਪ ਜੀ ਦੱਸ ਚੁੱਕੇ ਹੋ, ਤੇ ਪਰ ਫਿਰ ਵੀ ਸਿੱਖ ਨੂੰ ਸਿਕਲੀਗੜ ਕਿਉਂ ਕਿਹਾ ਗਿਆ? ਅਸਲ 'ਚ ਲਫ਼ਜ਼ ਸਿਖਲੀਗਰ ਨਹੀਂ ਹੈ, ਸਿਕਲੀਗਰ ਹੈ। ਇਹ ਲਫ਼ਜ਼ ਸਿੱਕਲ ਤੋਂ ਬਣਿਆ। ਸਿੱਕਲ ਲਫ਼ਜ਼ ਅਰਬੀ ਜ਼ਬਾਨ ਦਾ ਲਫ਼ਜ਼ ਹੈ। ਇਹਦਾ ਅਰਥ ਹੁੰਦਾ ਪਾਲਿਸ਼ ਕਰਨ ਵਾਲਾ, ਹਥਿਆਰਾਂ ਨੂੰ ਪਾਲਿਸ਼ ਕਰਨ ਤੋਂ ਇਹ ਬਣਿਆ ਸੀਗਾ। ਤੇ ਹਾਲਾਂਕਿ ਸਿਰਫ ਪਾਲਿਸ਼ ਨਹੀਂ ਕਰਦੇ, ਪਰ ਹਥਿਆਰ ਬਣਾਉਣ ਦਾ ਕੰਮ ਜ਼ਿਆਦਾ ਕਰਦੇ ਆ, ਇਸ ਕਰਕੇ ਇਹਨਾਂ ਨੂੰ ਸਿਕਲੀਗਰ ਕਿਹਾ ਜਾਂਦਾ ਹੈ। ਅਰਬੀ ਜ਼ਬਾਨ ਦਾ ਇਹ ਲਫ਼ਜ਼ ਹੈ। ਤੋ ਕਿਉਂਕਿ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਵੀ ਇਹ ਸਾਰੇ ਜਿਹੜੇ ਨੇ ਵਣਜਾਰੇ ਤੇ ਸਿਕਲੀਗਰ ਸਿੱਖ ਸਨ, ਤੇ ਕਈ ਇਸ ਲਫ਼ਜ਼ ਨੂੰ ਜਿਹੜਾ ਹੈ ਉਹ ਕਨਫਿਊਜ਼ ਆਪਸ 'ਚ ਕਰ ਜਾਂਦੇ ਆ ਵੀ ਇਹ ਸਿੱਖ ਤੋਂ ਬਣਿਆ ਸਿਕਲੀਗਰ ਹੈ। ਪਰ ਇਹ ਸਿਕਲੀਗਰ ਸਿਕਲ ਕਰਨ ਵਾਲਾ, ਵਣਜ ਕਰਨ ਵਾਲਾ, ਵਪਾਰੀ, ਲੂਣ ਦਾ ਵਪਾਰ ਕਰਨ ਵਾਲਾ ਜਿਹੜਾ ਉਹ ਲੁਬਾਣਾ। ਹਾਲਾਂਕਿ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਇਹ ਤੋਮਰ ਰਾਜਪੂਤ ਸਨ। ਤੁਸੀਂ ਹਰਿਆਣੇ 'ਚ ਦੇਖੋ ਤੋਮਰ ਰਾਜਪੂਤ, ਦਿੱਲੀ 'ਚ ਤੁਹਾਨੂੰ ਕਈ ਮਿਲ ਜਾਣਗੇ, ਤੋਮਰ ਵੀ ਲਿਖਦੇ ਆ, ਤੋਮਰ ਵੀ ਲਿਖਦੇ ਆ। ਇੱਕ MLA ਵੀ ਇੱਥੋਂ ਦਾ ਤੋਮਰ ਹੈਗਾ, UP ਦਾ ਵੀ ਹੈਗਾ। ਤੇ ਲੱਖੀ ਰਾਏ ਵਣਜਾਰਾ ਜਿਹੜਾ ਇਹ ਯਾਦਵ ਰਾਜਪੂਤ ਸਨ। ਤੇ ਜਿਹੜੇ ਭਾਈ ਮਨੀ ਸਿੰਘ ਵਾਲਾ ਪਰਿਵਾਰ ਹੈ, ਇਹਦਾ ਮਾਈ ਦਾ ਬਾਪ ਤੇ ਦਾਦਾ ਬੱਲੂ ਤੇ ਉਹਦਾ ਬਾਪ ਰਾਓ, ਇਹ ਸਾਰੇ ਦੇ ਸਾਰੇ ਜਿਹੜੇ ਸਨ ਪਰਮਾਰ ਰਾਜਪੂਤ ਸਨ। ਯਾਨੀ ਤਿੰਨੇ ਹੀ ਵਪਾਰੀ ਜਿਹੜੇ ਟਾਂਡਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਟੋਟਲ ਫੌਜ ਘੱਟ ਤੋਂ ਘੱਟ 5 ਲੱਖ ਸੀ। ਟੋਟਲ ਮਿਲਾ ਦਈਏ ਤੇ 5 ਲੱਖ ਦੀ ਫੌਜ ਜਿਹੜੀ ਇਹ ਬਹੁਤ ਵੱਡੀ ਗੱਲ। ਇਹ ਗੱਲ ਮੈਂ ਕਰ ਰਿਹਾ 1710-20 ਦੀ 5 ਲੱਖ ਫੌਜ ਉਹਨਾਂ ਸਮਿਆਂ ਵਿੱਚ, ਇਹ ਇੱਕ ਬੜੀ ਵੱਡੀ ਫੌਜ ਸੀ, ਮੁਗਲਾਂ ਤੋਂ ਵੀ ਵੱਡੀ ਫੌਜ ਸੀ। ਡਾਕਟਰ ਸਾਹਿਬ ਇਤਿਹਾਸ ਇੰਨਾ ਕੁਝ ਦੱਸਦਾ ਹੈ, ਪਰ ਫਿਰ ਵੀ ਅਸੀਂ ਜੇ ਧਿਆਨ ਨਾਲ ਗੌਰ ਕਰੀਏ ਤਾਂ ਇਹਨਾਂ ਨੂੰ ਸਿੱਖੀਜ਼ਮ ਤੋਂ ਦੂਰ ਕਿਉਂ ਕਰ ਦਿੱਤਾ ਗਿਆ? ਦੇਖੋ, ਸਿੱਖੀਜ਼ਮ ਤੋਂ ਦੂਰ ਨਹੀਂ ਕੀਤਾ ਗਿਆ, ਦੋ ਹਾਲਾਤ ਬਣੇ ਹਨ। ਨੰਬਰ 1 ਤਾਂ ਇਹ ਪੰਜਾਬ 'ਚੋਂ ਬਹੁਤ ਦੂਰ ਤੱਕ ਚਲੇ ਗਏ ਆਪਣੀ ਸੇਫਟੀ ਵਾਸਤੇ। ਮੁਗਲ ਇਹਨਾਂ ਦੇ ਪਿੱਛੇ ਆਦਮਬੋ ਕਰਦੇ ਪਏ ਹੋਏ ਸਨ, ਮਾਰਨ ਵਾਸਤੇ ਸਨ। ਅੰਗਰੇਜ਼ਾਂ ਨੇ ਇਹਨਾਂ ਨੂੰ, ਕਿਉਂਕਿ ਉਹਨਾਂ ਨੇ ਜਰਾਇਮ ਪੇਸ਼ਾ ਕਰਾਰ ਦਿੱਤਾ ਸੀ, ਤੇ ਇਹਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ। ਅੰਗਰੇਜ਼ ਇੱਕ ਗੱਲ ਤੋਂ ਹੋਰ ਵੀ ਡਰਦੇ ਸਨ ਬਈ ਸਿਕਲੀਗਰ ਤੇ ਵਣਜਾਰੇ ਆਪਣੇ ਸਿਰਫ ਵਪਾਰੀ ਹੀ ਨਹੀਂ ਸਨ, ਹਥਿਆਰ ਬਣਾਉਣ ਵਾਲੇ ਵੀ ਨਹੀਂ ਸਨ, ਲੜਨ ਵਾਲੇ ਵੀ ਸਨ। ਕਿਤੇ ਇਹ ਆਪਸ 'ਚ ਏਕਤਾ ਕਰ ਲਈ, ਇਹਨਾਂ ਨੇ ਇਕੱਠੇ ਹੋ ਗਏ ਤੇ ਅੰਗਰੇਜ਼ਾਂ ਦੀ ਫੌਜ ਨੂੰ ਵੀ ਹਰਾ ਸਕਦੇ ਨੇ, ਇਹ ਜਾਣਦੇ ਸਨ। ਇਸ ਕਰਕੇ ਇਹਨਾਂ ਨੂੰ ਉਹ ਇਹਨਾਂ ਤੇ ਨਿਗਾਹ ਰੱਖਦੇ ਸਨ। ਦੂਸਰੀ ਗੱਲ ਜਿਹੜੀ ਦੂਜਾ, ਇਹ ਸਿੱਖੀ ਤੋਂ ਦੂਰ ਕਿਵੇਂ ਹੋ ਗਿਆ? ਸਿੱਖੀ ਤੋਂ ਦੂਰ, ਧਰਮ ਤੋਂ ਤਾਂ ਦੂਰ ਨਹੀਂ ਹੋਏ। ਅੱਜ ਵੀ ਸਿਕਲੀਗਰ ਤੇ ਵਣਜਾਰੇ ਨੇ ਉਹ ਆਪਣਾ ਸਾਰਾ ਕੰਮ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਕਰਦੇ ਨੇ। ਤਕਰੀਬਨ 5 ਤੋਂ ਲੈ ਕੇ 10 ਕਰੋੜ ਤੱਕ ਜਿਹੜੇ ਵਣਜਾਰੇ ਤੇ ਸਿਕਲੀਗਰ ਸਾਊਥ ਇੰਡੀਆ ਤੱਕ ਜਿਹੜੇ ਫੈਲੇ ਹੋਏ ਨੇ। ਆ ਪਿੱਛੇ ਜੇ ਇਹਨਾਂ ਨੇ ਇੰਦੌਰ ਵਿੱਚ ਸਮਾਗਮ ਕੀਤਾ, ਜਿਹਦੇ 'ਚ ਹਜ਼ਾਰਾਂ ਬੰਦੇ, ਸ਼ਾਇਦ 1 ਲੱਖ ਇਕੱਠਾ ਹੋਇਆ, ਜਿਹਦੇ 'ਚ ਕਈ IAS ਅਫੀਸਰ ਸਨ, ਕਈ ਹੋਰ ਸਨ। ਉਹਨਾਂ ਵਿੱਚੋਂ ਕੋਈ 1-2 ਹੀ ਹੋਣਗੇ ਸਿੱਖੀ ਸਰੂਪ ਵਿੱਚ। ਸਰੂਪ ਤਾਂ ਨਹੀਂ ਸੀਗਾ, ਪਰ ਸਾਰਾ ਉਹਨਾਂ ਨੇ ਜੋ ਕੁਛ ਉੱਥੇ ਕੀਤਾ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈ ਸਿੱਖੀ ਦੇ ਹਿਸਾਬ ਦੇ ਨਾਲ ਕੀਤਾ। ਉਵੇਂ ਹੀ ਉਹ ਲੰਗਰ ਵਰਤਾਉਂਦੇ, ਪ੍ਰਸ਼ਾਦ ਬਣਾਉਂਦੇ ਆ, ਜਪਜੀ ਸਾਹਿਬ ਦਾ ਪਾਠ ਵੀ ਕਰਦੇ ਆ। ਤੋ ਇਹ ਸਿੱਖੀ ਤੋਂ ਇਸ ਤਰ੍ਹਾਂ ਨਹੀਂ। ਪਰ ਜਿਹੜੀ ਅਸਲ ਨੂੰ ਅਸੀਂ ਮੇਨ ਸਟਰੀਮ ਸਿੱਖੀ ਅੱਜ ਕਹਿੰਦੇ ਆ, ਪੰਜਾਬ ਦੀ ਸਿੱਖੀ ਜਿਹੜੀ ਹੈ, ਜਿਹਦੇ 'ਚ ਸੁਪਰੀਮੇਸੀ ਜੱਟਾਂ ਦੀ ਬਣੀ ਹੋਈ ਹੈ, ਉਹਦੇ ਤੋਂ ਇਹ ਜ਼ਰੂਰ ਦੂਰ ਕੀਤੇ ਗਏ ਨੇ। ਕਿਉਂਕਿ ਇਹਨਾਂ ਇਸ ਸਾਰੇ ਦਾ ਕੰਮ ਜਿਹੜਾ ਦੱਸਣਾ, ਹੁਣ ਇੱਕ ਬੜਾ ਇਹਦੇ 'ਚ ਇੰਪੋਰਟੈਂਟ ਸਵਾਲ ਨਿਕਲਦਾ ਹੈ ਬਈ ਬੰਦਾ ਸਿੰਘ ਬਹਾਦਰ ਵੇਲੇ ਤਾਂ ਇਹ ਡਰ ਕੇ ਜਾਂ ਮਾਰੇ ਜਾਣ, ਆਪਣੀ ਜਾਨ ਬਚਾਉਣ ਲਈ ਇੱਥੋਂ ਭੱਜੇ ਆ। ਸਿੱਖ ਮਿਸਲਾਂ ਵੇਲੇ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਇਹਨਾਂ ਵਿੱਚੋਂ ਕਈਆਂ ਨੇ ਸਿੱਖ ਮਿਸਲਾਂ ਵੇਲੇ ਜਿਨ੍ਹਾਂ ਦੀ ਅਸਲ ਹਕੂਮਤ ਸੀ, ਇਹਨਾਂ ਨੂੰ ਇਹਦਾ ਇਲਾਕਾ ਵਾਪਸ ਨਹੀਂ ਦਿੱਤਾ। ਉਹਦਾ ਕਾਰਨ ਇਹ ਬਣਿਆ ਵੀ
ਮਿਸਰਾਂ ਨੇ ਜਦੋਂ ਇਲਾਕੇ ਕਬਜ਼ੇ 'ਚ ਕਰਨੇ ਸ਼ੁਰੂ ਕੀਤੇ ਆ ਤੇ ਉਹਨਾਂ ਦੇ 'ਚ ਇੱਕ ਭਾਵਨਾ ਆ ਗਈ ਵੀ ਅਸੀਂ ਇਹਨੂੰ ਜਿੱਤਿਆ ਤੇ ਅਸੀਂ ਇਹਦੇ ਮਾਲਕ ਹਾਂ, ਅੱਗੋਂ ਮੇਰਾ ਪੁੱਤਰ ਇਸ ਦਾ ਮਾਲਕ ਬਣੇਗਾ। ਜਿਹੜੀ ਇਹ ਭਾਵਨਾ ਆ ਗਈ ਸੀ, ਇਹ ਕਬਾਇਲੀ ਸੋਚ ਮੋਸਟਲੀ ਜੱਟਾਂ ਵਿੱਚ ਸੀਗੀ। ਤੋ ਕਿਉਂਕਿ ਕਬੀਲਿਆਂ ਦੇ ਵਾਲਾ ਸਿਸਟਮ ਹੀ ਸੀ ਇਹਨਾਂ ਦਾ, ਭਾਵੇਂ ਉਹ ਸਿੱਧੂ ਨੇ, ਭਾਵੇਂ ਬੱਲ ਨੇ, ਭਾਵੇਂ ਸੇਖੋ ਨੇ, ਭਾਵੇਂ ਗਿੱਲ ਨੇ, ਭਾਵੇਂ ਕੋਈ ਵੀ ਨੇ, ਇਹਨਾਂ ਦੇ ਵਿੱਚ ਨਾ ਖਾਸ ਕਰਕੇ ਜਿਹੜੇ ਸਿੱਧੂ ਪਰਿਵਾਰ ਵਿੱਚੋਂ ਸਨ, ਜਿਹੜਾ ਫੁਲਕੀਆਂ ਮਿਸਲ ਸਨ, ਜਿਨ੍ਹਾਂ ਦਾ ਪਟਿਆਲਾ ਰਿਆਸਤ, ਨਾਭਾ ਰਿਆਸਤ, ਜੀਂਦ ਰਿਆਸਤ ਸੀ। ਤੋ ਇਹ ਸਾਰੇ ਦੇ ਸਾਰੇ ਜਿਹੜੇ ਨੇ, ਇਹਨਾਂ ਵਿੱਚ ਇਹ ਭਾਵਨਾ ਆ ਗਈ ਮੈਂ ਤੇ ਮੇਰਾ ਪੁੱਤਰ ਤੇ ਅਸੀਂ ਸ਼ਾਹੀ ਲੋਕ ਹਾਂ। ਇਹਨਾਂ ਨੇ ਤਾਂ ਆਪਣੀਆਂ ਧੀਆਂ ਵੀ ਜਿਹੜੀਆਂ ਨੇ ਉਹ ਦੂਰ ਦੁਰਾਡੇ ਕਈ ਵਾਰ ਨੇ ਵਿਆਹ ਤਾਂ ਵੀ ਉਹ ਬਾਦਸ਼ਾਹ ਉਸ ਇਲਾਕੇ ਦਾ ਹੈਗਾ ਤੇ ਇਸ ਤਰ੍ਹਾਂ ਵਿਆਹੀ। ਮਤਲਬ ਇਹਨਾਂ ਨੂੰ ਇੱਕ ਬਹੁਤ ਗਲਤ ਅਹਿਸਾਸ ਦੇ ਦਿੱਤਾ ਗਿਆ ਬਈ ਤੁਸੀਂ ਜਿਹੜੇ ਉਹ ਸ਼ਾਹੀ ਖੂਨ ਹੋ। ਉਹਨਾਂ ਨੇ ਵਣਜਾਰਿਆਂ ਨੂੰ ਜਾਂ ਸਿੱਖ ਲੀਡਰਾਂ ਨੂੰ, ਜਿਹੜੇ ਅਸਲ ਮਾਲਕ ਸਨ ਇਸ ਧਰਤੀ ਦੇ, ਜਿਨ੍ਹਾਂ ਨੇ ਅਸਲ ਕੁਰਬਾਨੀਆਂ ਕੀਤੀਆਂ ਸੀਗੀਆਂ, ਉਹ ਸਾਰਿਆਂ ਨੂੰ ਜਿਹੜਾ ਪਿੱਛੇ ਤੱਕ ਦਿੱਤਾ। ਉਹਨਾਂ ਵਿੱਚੋਂ ਜਿਹੜੇ ਆ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਵੀ ਕੰਮ ਉਹਨਾਂ ਨੂੰ ਮਿਲਿਆ ਨਹੀਂਗਾ, ਕੋਈ ਛੋਟਾ ਮੋਟਾ ਵਣਜ ਕਰਦੇ ਰਹੇ ਪਿੰਡਾਂ ਜਾ ਕੇ, ਕਿਉਂਕਿ ਪੂੰਜੀ ਨਾ ਹੋਵੇ ਤਾਂ ਤੁਸੀਂ ਵਣਜ ਹੀ ਨਹੀਂ ਕਰ ਸਕਦੇ। ਤਾਂ ਹੌਲੀ ਹੌਲੀ ਇਹਨਾਂ ਦੀ ਦਿਨ ਬ ਦਿਨ ਜਿਹੜੀ ਹੈ ਗਰੀਬੀ ਵੱਧਦੀ ਗਈ ਤੇ ਇਸੇ ਕਰਕੇ ਆਰਥਿਕ ਪੱਖ ਤੋਂ ਵੀ ਐਲੀਨੇਟ ਹੋ ਗਏ ਤੇ ਪੋਲੀਟੀਕਲ ਪਾਵਰ ਜਿਹੜੀ ਸੀ, ਜਿਨ੍ਹਾਂ ਜ਼ਾਤਾਂ ਬਰਾਦਰੀਆਂ ਕੋਲ ਜਾਂ ਫੈਮਲੀਆਂ ਕੋਲ ਜਾਂ ਜ਼ਗੀਰਦਾਰਾਂ ਕੋਲ ਆ ਗਈ, ਉਹਨਾਂ ਨੇ ਵੀ ਇਹਨਾਂ ਨੂੰ ਜਿਹੜਾ ਐਲੀਨੇਟ ਕੀਤਾ। ਅੱਜ ਵੀ ਤੁਸੀਂ ਦੇਖੋ ਦੋ ਸੱਕੇ ਭਰਾਵਾਂ ਵਿੱਚ ਵੀ ਇਸ ਤਰ੍ਹਾਂ ਹੀ ਹਾਲਤ ਹੁੰਦੀ ਵੀ ਇੱਕ ਬਹੁਤ ਅਮੀਰ ਹੈ ਤਾਂ ਦੂਜੇ ਭਰਾ ਦੀ ਜਿਹੜੀ ਉਹਦੀ ਕੋਈ ਵਕਤ ਨਹੀਂ ਰਹਿੰਦੀ ਤੇ ਕਈ ਵਾਰੀ ਉਹਦੇ ਅੱਗੋਂ ਜਨਰੇਸ਼ਨ ਜਿਹੜੀ ਦੂਰ ਕਰ ਦਿੱਤੀ ਜਾਂਦੀ ਹੈ। ਇਹ ਸਾਡੇ ਸੱਕੇ ਭਾਈ ਸਨ ਵਣਜਾਰੇ ਤੇ ਸਿੱਖ ਲੀਡਰ, ਜਿਨ੍ਹਾਂ ਨੂੰ ਅਸੀਂ ਐਲੀਨੇਟ ਕੀਤਾ ਹੈ ਆਪਣੇ ਲਾਲਚ, ਆਪਣੀ ਸਿੱਖ ਸੋਚ ਕਰਕੇ। ਮਤਲਬ ਸਮੇਂ ਦੀ ਜੋ ਰਿਆਸਤਾਂ, ਜੋ ਸਮੇਂ ਦੀ ਜੋ ਹਕੂਮਤਾਂ ਨੇ, ਉਹਨਾਂ ਦੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਰਹਿ ਗਏ। ਉਹਨਾਂ ਦੀ ਸਾਜ਼ਿਸ਼ਾਂ ਦਾ ਵੀ ਤੇ ਜਿਹੜੇ ਸਾਡੇ ਸਿੱਖੀ ਜਿਹੜੀ ਅੰਦਰੋਂ ਸਾਡੇ ਅੰਦਰੋਂ ਸਿੱਖੀ ਦੀ ਸਪਿਰਿਟ ਖਤਮ ਹੋਣ ਕਰਕੇ ਵੀ ਜਿਹੜਾ ਇਸ ਤਰ੍ਹਾਂ ਹੋਇਆ ਜੀ। ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਲੱਖੀ ਸ਼ਾਹ ਵਣਜਾਰਾ ਦੀ ਜੋ ਰਿਆਸਤ ਸੀ ਉਹ ਅੱਧੀ ਦਿੱਲੀ ਦੇ ਮਾਲਕ ਸਨ, ਅੱਧੀ ਦਿੱਲੀ ਦੀ ਰਿਆਸਤ ਸੀ ਉਹਨਾਂ ਦੀ, ਪਰ ਇਸ ਦੇ ਬਾਵਜੂਦ ਦਿੱਲੀ ਵਿੱਚ ਉਹਨਾਂ ਦੀ ਇੱਕ ਯਾਦਗਾਰ, ਬਸ ਇੱਕੋ ਹੀ ਯਾਦਗਾਰ, ਉਹ ਵੀ ਸਿੱਖ ਜਥੇਬੰਦੀਆਂ ਦੀ ਕੋਸ਼ਿਸ਼ਾਂ ਸਦਕਾ। ਬਿਲਕੁਲ ਠੀਕ ਹੈ। ਉਹ ਸਰਕਾਰਾਂ ਨੇ ਕਿਉਂ ਨਹੀਂ ਕੋਈ ਸਟੈਪ ਲਿਆ? ਇਹ ਦੇਖੋ ਸਾਡੇ ਨਾਲ ਇਤਿਹਾਸ ਵਿੱਚ ਬੜਾ ਵੱਡਾ ਧੋਖਾ ਹੋਇਆ ਹੈ। ਸਿੱਖ ਹਿਸਟਰੀ ਨਾਲ, ਸਿੱਖ ਕੌਮ ਨਾਲ ਇਤਿਹਾਸ ਵਿੱਚ ਬੜਾ ਧੋਖਾ ਹੋਇਆ। ਤੁਸੀਂ ਅੱਜ ਵੀ ਦੇਖੋ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਬਣਦੀਆਂ ਨੇ, ਉਹਨਾਂ ਵਿੱਚ ਵੀ ਸਿੱਖੀ ਦਾ ਜ਼ਿਕਰ ਨਾਮ ਮਾਤਰ ਹੀ ਹੁੰਦਾ ਹੈ। ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਂ ਉਹਨਾਂ ਦੇ ਖਿਲਾਫ ਹੀ ਲਿਖਿਆ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਿਕਰ ਜਾਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਤੱਕ ਨਹੀਂ ਕਈ ਕਿਤਾਬਾਂ ਵਿੱਚ ਹੁੰਦਾ। ਇੱਦਾਂ ਸਾਡੇ ਨਾਲ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਵੀ ਹਿਸਟਰੀ ਲਿਖਵਾਈ ਸੀ ਅੱਜ ਤੋਂ 40-50 ਸਾਲ ਪਹਿਲਾਂ, ਉਹਦੇ ਵਿੱਚ ਵੀ ਧੋਖਾ ਕੀਤਾ ਗਿਆ ਵੀ ਸਾਡਾ ਜਿਹੜਾ ਨਾ ਲੋਹਗੜ੍ਹ ਦਾ ਜ਼ਿਕਰ ਹੈ, ਮਹਾਰਾਜਾ ਰਣਜੀਤ ਸਿੰਘ ਦਾ ਵੀ ਜ਼ਿਕਰ ਨਹੀਂ ਗਾ, ਹਰੀ ਸਿੰਘ ਨਲੂਆ ਦਾ ਜ਼ਿਕਰ ਨਹੀਂ ਹੈ, ਬੰਦਾ ਸਿੰਘ ਬਹਾਦਰ ਦਾ ਜ਼ਿਕਰ ਨਹੀਂ ਹੈ, ਤੇ ਉਹਦੇ 'ਚ ਲੱਖੀ ਰਾਏ ਵਣਜਾਰੇ ਦਾ ਜ਼ਿਕਰ ਕਿੱਥੋਂ ਆ ਜਾਵੇਗਾ? ਉਹਦੇ 'ਚ ਵਣਜਾਰਿਆਂ ਦੀ ਕੰਟਰੀਬਿਊਸ਼ਨ ਦਾ ਜ਼ਿਕਰ ਕਿੱਥੋਂ ਆ ਜਾਵੇਗਾ? ਸੋ ਉਹ ਤਾਂ ਸਾਡੇ ਨਾਲ ਧੋਖਾ ਹੋਇਆ ਹੈ। ਸਾਡੇ ਆਪਣੇ ਜਿਹੜੇ ਇਤਿਹਾਸਕਾਰ ਨੇ ਉਹ ਵੀ ਜਿਹੜੇ ਉਹਨਾਂ ਨੇ ਵੀ ਇਹਦੇ ਬਾਰੇ ਬਹੁਤ ਜ਼ਿਆਦਾ ਨਹੀਂ ਲਿਖਿਆ। ਕਾਰਨ ਇੱਕ ਹੋਰ ਵੀ ਹੈ ਕਿ ਸਾਡੇ ਹਿਸਟਰੀ ਲਿਖੀ ਨਹੀਂ ਗਈ ਸਿੱਖਾਂ ਵੱਲੋਂ, ਹਿਸਟਰੀ ਲਿਖੀ ਮੁਗਲਾਂ ਨੇ, ਕੁਛ ਆ ਕੇ ਅੰਗਰੇਜ਼ਾਂ ਨੇ ਲਿਖੀ ਹੈ। ਪਰ ਜਿਉਂ ਖੋਜ ਹੋਣ ਲੱਗੀ ਹੈ, ਖਾਸ ਕਰਕੇ ਮੈਂ ਤਾਰੀਫ ਕਰਨੀ ਚਾਹਾਂਗਾ ਗਿਆਨੀ ਗਰਜਾ ਸਿੰਘ ਦੀ, ਜਿਨ੍ਹਾਂ ਨੇ ਭੱਟ ਵਹੀਆਂ ਲੱਭੀਆਂ। ਭੱਟ ਵਹੀਆਂ ਦੇ ਵਿੱਚ ਜੋ ਕੁਝ ਸਮੱਗਰੀ ਸੀ ਉਹਨਾਂ ਨੇ ਪੇਸ਼ ਕੀਤੀ। ਉਸ ਤੋਂ ਬਾਅਦ ਪਿਆਰਾ ਸਿੰਘ ਪਦਮ ਨੇ ਦੇ ਗਏ ਸਨ, ਪਦਮ ਨੇ ਛਾਪ ਦਿੱਤੀ। ਫਿਰ ਮੈਂ ਕੁਝ ਭੱਟ ਵਹੀਆਂ ਵੇਖੀਆਂ, ਗੁਰੂ ਦੇ ਸ਼ੇਰ ਕਿਤਾਬ ਜਦੋਂ ਲਿਖੀ ਹੈ ਤੇ ਉਹਦੇ 'ਚ ਇਹਨਾਂ ਦਾ ਜ਼ਿਕਰ ਕੀਤਾ। ਹੌਲੀ ਹੌਲੀ ਗੱਲ ਪਤਾ ਲੱਗਣ ਲੱਗ ਪਈ ਵੀ ਇਹ ਤਾਂ ਕੁਰਬਾਨੀਆਂ ਕਰਨ ਵਾਲੇ ਇਹਨੇ ਇੱਕ ਪਰਿਵਾਰ 'ਚੋਂ 53 ਮੈਂਬਰ ਸ਼ਹੀਦ ਹੋਇਆ। ਭਾਈ ਮਨੀ ਸਿੰਘ ਪਰਿਵਾਰ ਦੇ 53 ਸ਼ਹੀਦ ਨੇ, ਲੱਖੀ ਰਾਏ ਵਣਜਾਰੇ ਦੇ 50 ਜਿਹੜੇ ਤਕਰੀਬਨ ਸ਼ਹੀਦ ਹੋਏ ਨੇ, ਪੁੱਤਰ ਪੋਤਰੇ ਪੜਪੋਤਰੇ ਤੱਕ। ਤੋ ਇਹ ਇਸੇ ਕਰਕੇ ਇਹਨਾਂ ਦੀ ਕੋਈ ਯਾਦਗਾਰ ਨਹੀਂ ਬਣੀ ਕਿ ਕੋਈ ਧੋਖਾ ਇਹਨਾਂ ਦਾ ਹੋਇਆ ਤੇ ਸਾਡੇ ਲੋਕਾਂ ਨੂੰ ਪਤਾ ਨਹੀਂ ਸੀ। ਇੱਕ ਯਾਦਗਾਰ ਜਿਹੜੀ ਗੁਰਦੁਆਰੇ ਬਣੀ, ਦੂਜਾ ਇੱਕ ਜਿਹੜਾ ਇੱਥੇ ਪਿੰਡ ਸੀ ਰਸਾਇਣਾ ਪਿੰਡ, ਰਸਾਇਣਾ ਪਿੰਡ ਦੇ ਨਾਲ ਰਸਾਇਣਾ ਰੋਡ ਰੱਖੀ ਹੈ। ਇਹ ਨਹੀਂ ਦੱਸਿਆ ਵੀ ਰਸਾਇਣਾ ਦਾ ਮਾਲਕ ਕੌਣ ਸੀਗਾ। ਰਾਇਸੀਨਾ ਰੋਡ, ਹਾਂ ਰਾਇਸੀਨਾ ਰੋਡ ਜਿਹੜੀ ਨਾ ਕਾਗਜ਼ਾਂ 'ਚ ਰਸਾਇਣਾ ਵੀ ਆਉਂਦਾ। ਰਾਇਸੀਨਾ ਪਿੰਡ ਜਿਹੜਾ ਉਹਦਾ ਮਾਲਕ ਰਾਇਸੀਨਾ, ਮਾਲਚਾ, ਇਹ ਸਾਰੇ ਦਾ ਸਾਰਾ ਨਵੀਂ ਦਿੱਲੀ ਦੀ ਜਿਹੜੀ ਨਾ ਅੱਧੀ ਨਵੀਂ ਦਿੱਲੀ ਦਾ ਮਾਲਕ ਜਿਹੜਾ ਉਹ ਲੱਖੀ ਰਾਏ ਵਣਜਾਰਾ ਸੀ ਤੇ ਬੰਦਾ ਸੀ ਕਿ ਉਹਦੀ ਯਾਦਗਾਰ ਬਣਾਈ ਜਾਏ। ਇੱਥੇ ਤਾਂ ਮਾਸਟਰ ਤਾਰਾ ਸਿੰਘ ਦਾ ਬੁੱਤ ਲਾਉਣ ਲਈ ਰਕਾਬਗੰਜ ਗੁਰਦੁਆਰੇ ਦੇ ਬਾਹਰ ਲੱਗਾ ਹੈ, ਜਿਹਨੇ ਦੇਸ਼ ਦੀ ਆਜ਼ਾਦੀ ਵਾਸਤੇ ਇਹਨਾਂ ਆਪਣਾ ਜ਼ਿੰਦਗੀ ਦਿੱਤੀ, ਉਹਦੇ ਵਾਸਤੇ ਕਿੰਨੀ ਸਟਰਗਲ ਕਰਨੀ ਪਈ। ਤੇ ਲੱਖੀ ਰਾਏ ਵਣਜਾਰਾ ਤਾਂ ਬਹੁਤ ਪੁਰਾਣੀ ਗੱਲ ਹੈ, ਉਸ ਨੂੰ ਕਿਸ ਨੇ ਯਾਦ ਕਰਨਾ ਸੀ। ਡਾਕਟਰ ਸਾਹਿਬ, ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ